ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ 32ਵਾਂ ਸਰੋਤਿਆਂ ਦੀ ਸਨਮੁਖ ਹਾਜ਼ਰ ਕਰ ਰਿਹਾ ਹਾਂ। ਇਸ ਦੇ ਵਿੱਚ 10 ਸਵਾਲ ਚੋਣ ਕੀਤੀ ਗਈ ਹੈ। ਤੁਸੀਂ ਹੁਣ ਤੱਕ ਬਹੁਤ ਅੱਛਾ ਹੁੰਗਾਰਾ ਦਿੱਤਾ ਹੈ, ਬਹੁਤ ਰਿਸਪੌਂਸ ਆਇਆ ਹੈ। ਦੁਨੀਆ ਭਰ ਦੇ ਮਾਈ ਭਾਈ, ਨੌਜਵਾਨ, ਬੱਚੇ ਬੱਚੀਆਂ ਇਹਨੂੰ ਸੁਣ ਰਹੇ ਨੇ, ਪਸੰਦ ਕਰ ਰਹੇ ਨੇ ਅਤੇ ਹੋਰ ਸਵਾਲ ਜਵਾਬ ਕਰ ਰਹੇ ਨੇ। ਇਹਦੇ ਲਈ ਵਧਾਈ ਦੇ ਪਾਤਰ ਹੋ ਅਤੇ ਇਸੇ ਤਰ੍ਹਾਂ ਮਾਨਸਿਕ ਵਿਕਾਸ ਸਾਡਾ ਹੁੰਦਾ ਰਹੇ। ਤਤ ਗੁਰਮਤਿ ਗਿਆਨ TV ਚੈਨਲ ਵੱਲੋਂ YouTube ਦੇ ਉੱਤੇ ਇਹ ਚੈਨਲ ਚਲਾਇਆ ਜਾ ਰਿਹਾ ਅਤੇ ਹਫ਼ਤੇ 'ਚ ਇੱਕ ਵਾਰੀ ਸਵਾਲ ਜਵਾਬ ਵਾਲਾ ਇਹ ਜਿਹੜਾ ਵਿਸ਼ਾ ਆਪ ਜੀ ਨਾਲ ਸਾਂਝਾ ਕੀਤਾ ਜਾਂਦਾ। ਅੱਜ 32 ਨੰਬਰ ਭਾਗ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ। ਸਵਾਲ ਨੰਬਰ 321 ਭਾਈ ਸੁਰਜੀਤ ਸਿੰਘ ਕੈਨੇਡਾ। ਇਹਨਾਂ ਦਾ ਸਵਾਲ ਹੈ, ਅੰਮ੍ਰਿਤ ਤਿਆਰ ਕਰਨ ਲਈ 3 ਬਾਣੀਆਂ ਜਾਪ, ਚੌਪਈ ਅਤੇ ਸਵਈਏ ਇਹ ਕਦੋਂ ਲਿਖੀਆਂ ਗਈਆਂ? ਇਹ ਤਿੰਨੇ ਬਾਣੀਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਨਹੀਂ ਹੈ, ਬਾਅਦ ਦੇ ਵਿੱਚ ਇਹ ਕਿਸੇ ਲਿਖਾਰੀ ਨੇ ਲਿਖੀਆਂ ਨੇ। ਜਿਹੜਾ ਜਾਪ ਹੈ ਇਹ ਤਾਂ ਸ਼ਿਵ ਪੁਰਾਣ ਦੇ ਵਿੱਚ ਮੌਜੂਦ ਹੈ ਪਹਿਲਾਂ ਹੀ, ਜਿਹੜਾ ਕਿ ਹਿੰਦੂਆਂ ਦਾ ਧਾਰਮਿਕ ਗ੍ਰੰਥ ਆਖਿਆ ਜਾਂਦਾ ਹੈ। ਸ਼ਿਵ ਜੀ ਦੀ ਉਸਤਤੀ ਅਤੇ ਹੋਰ ਬਹੁਤ ਕੁਝ, ਉਹਦੇ ਲਿਖਾਰੀ ਦਾ ਨਾਮ ਵੀ ਪਤਾ ਨਹੀਂ ਹੈ। ਇਸੇ ਤਰ੍ਹਾਂ ਜਿਹੜੀ ਚੌਪਈ ਹੈ ਇਹ ਤ੍ਰਿਆ ਚਰਿਤਰਾਂ ਦੇ ਵਿੱਚੋਂ ਲਈ ਗਈ ਹੈ ਅਤੇ ਸਵਈਏ ਇਹ ਵੀ ਕਿਸੇ ਲਿਖਾਰੀ ਹੋਰ ਦੇ ਲਿਖੇ ਹੋਏ ਨੇ, ਕਿਉਂਕਿ ਇਹਨਾਂ ਦੇ ਵਿੱਚ ਨਾਨਕ ਨਾਮ ਕਿਤੇ ਵੀ ਨਹੀਂ ਹੈ। ਜਿਵੇਂ ਕਿ ਗੁਰਬਾਣੀ ਲਿਖਣ ਦੀ ਮਰਿਆਦਾ ਹੈ, ਜਿੱਥੇ ਵੀ ਗੁਰੂ ਸਾਹਿਬ ਆਪਣੀ ਬਾਣੀ ਲਿਖਦੇ ਨੇ ਆਮ ਤੌਰ 'ਤੇ ਅੰਤ ਵਿੱਚ ਜਿੱਥੇ ਸ਼ਬਦ ਸਮਾਪਤ ਹੁੰਦਾ ਤਾਂ ਉੱਥੇ ਨਾਨਕ ਨਾਮ ਆਉਂਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਨਾਨਕ ਨਾਮ ਦੀ ਵਰਤੋਂ ਕੀਤੀ ਹੈ। ਜੇ ਬਾਣੀ 10ਵੇਂ ਪਾਤਸ਼ਾਹ ਨੇ ਆਪਣੀ ਲਿਖੀ ਹੁੰਦੀ ਤਾਂ ਨਾਨਕ ਨਾਮ ਵਰਤਿਆ ਜਾਣਾ ਜ਼ਰੂਰੀ ਸੀ, ਮਹੱਲਾ 10ਵਾਂ ਵਰਤਿਆ ਜਾਣਾ ਜ਼ਰੂਰੀ ਸੀ। ਅਤੇ ਫਿਰ ਇਹ ਤਾਂ ਗੁਰਬਾਣੀ ਦੇ ਜੋ ਅਸੂਲ ਨੇ ਉਹਨਾਂ ਦੇ ਦਾਇਰੇ 'ਚ ਰਹਿ ਕੇ ਬਾਣੀ ਲਿਖੀ ਜਾਣੀ ਜ਼ਰੂਰੀ ਸੀ। ਇਸ ਕਰਕੇ ਕੋਈ ਪੱਕਾ ਪਤਾ ਨਹੀਂ ਇਹ 3 ਬਾਣੀਆਂ ਕਦੋਂ ਲਿਖੀਆਂ ਗਈਆਂ, ਕੋਈ ਤਰੀਕ ਨਹੀਂ, ਇਹਨਾਂ ਦਾ ਕੋਈ ਪੱਕਾ ਲਿਖਾਰੀ ਨਹੀਂ। ਆਮ ਤੌਰ 'ਤੇ ਡਾਕਟਰ ਰਤਨ ਸਿੰਘ ਜੱਗੀ ਨੇ ਅਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਇਹਨਾਂ ਨੂੰ ਰਾਮ ਅਤੇ ਸ਼ਾਮ ਕਵੀਆਂ ਦੀ ਰਚਨਾ ਲਿਖੀ ਹੈ ਦੱਸਿਆ, ਅਤੇ ਹੋਰਨਾਂ ਦੀਆਂ ਵੀ ਹੋ ਸਕਦੀਆਂ ਨੇ, ਪਰ ਕਵੀਆਂ ਦੇ ਨਾਮ ਘੱਟ ਤੋਂ ਘੱਟ ਨੇ। ਰਾਮ ਅਤੇ ਸ਼ਾਮ ਦਾ ਨਾਮ ਲਗਭਗ 118 ਵਾਰੀ ਇਹਦੇ 'ਚ ਆਇਆ ਹੋਇਆ, ਸੋ ਇਹ 10ਵੇਂ ਪਾਤਸ਼ਾਹ ਦੀਆਂ ਬਾਣੀਆਂ ਨਹੀਂ ਹੈਗੀਆਂ। ਸਵਾਲ ਨੰਬਰ 322 ਇਹਨਾਂ ਦਾ ਹੀ ਸਵਾਲ ਹੈ, ਭਾਈ ਸੁਰਜੀਤ ਸਿੰਘ ਦਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਅੰਮ੍ਰਿਤਧਾਰੀ ਸਿੰਘਾਂ ਦੀ ਮਦਦ ਨਾਲ ਪਹਿਲੀ ਵਾਰੀ ਅੰਮ੍ਰਿਤ ਤਿਆਰ ਕੀਤਾ? ਪਹਿਲੀ ਵਾਰੀ ਜੋ ਖੰਡੇ ਕੀ ਪਹੁਲ ਤਿਆਰ ਕੀਤੀ ਗਈ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਨੇ ਆਪ ਹੀ ਤਿਆਰ ਕੀਤੀ ਹੈ। ਉਸ ਤੋਂ ਬਾਅਦ ਜਿਹੜੇ 5 ਪਿਆਰੇ ਚੁਣੇ ਗਏ ਸੀ ਉਹਨਾਂ ਨੂੰ ਅਧਿਕਾਰ ਦੇ ਦਿੱਤਾ ਕਿ ਤੁਸੀਂ ਹੋਰਨਾਂ ਨੂੰ ਖੰਡੇ ਕੀ ਪਹੁਲ ਛਕਾਓ, ਅਤੇ ਇਹ ਵੀ ਕਹਿ ਦਿੱਤਾ ਕਿ ਜੇ ਕਿਤੇ ਲੋੜ ਪਵੇ ਤਾਂ ਇਸ ਤਰ੍ਹਾਂ 5 ਸਿੰਘਾਂ ਦੀ ਚੋਣ ਕਰਕੇ ਤੁਸੀਂ ਖੰਡੇ ਕੀ ਪਹੁਲ ਛਕਾ ਸਕਦੇ ਹੋ। ਇਹ ਯਾਦ ਰਹੇ, ਇਹ ਖੰਡੇ ਕੀ ਪਹੁਲ ਛਕਾਉਣਾ ਇੱਕ ਫੌਜ ਦੇ ਵਿੱਚ ਭਰਤੀ ਕਰਨ ਦਾ ਢੰਗ ਸੀ। ਉਦੋਂ ਬਕਾਇਦਾ ਉਹਨਾਂ ਦੀ ਚੋਣ ਕੀਤੀ ਜਾਂਦੀ ਸੀ ਜਿਹੜੇ ਨੌਜਵਾਨ ਹੋਣ, ਜਿਹੜੇ ਤੰਦਰੁਸਤ ਹੋਣ ਅਤੇ ਜਿਨ੍ਹਾਂ ਨੇ ਪਹਿਲਾਂ ਟ੍ਰੇਨਿੰਗ ਲਈ ਹੋਵੇ, ਜੰਗ ਯੁੱਧ ਦੀ ਹਥਿਆਰ ਚਲਾਉਣੇ ਆਉਂਦੇ ਹੋਣ, ਘੋੜ ਸਵਾਰੀ ਆਉਂਦੀ ਹੋਵੇ, ਅਤੇ ਆਪਣੇ ਆਪ ਨੂੰ ਉਹ ਗੁਰੂ ਦੇ ਸਮਰਪਿਤ ਕਰਕੇ ਜੰਗ ਯੁੱਧ ਦੇ ਵਿੱਚ ਜਾਣ ਨੂੰ ਤਿਆਰ ਹੋਣ, ਅਤੇ ਜੇ ਲੋੜ ਪਵੇ ਤਾਂ ਜਾਨ ਵਾਰਨ ਨੂੰ ਵੀ ਤਿਆਰ ਹੋਣ, ਹਿੱਕ ਡਾਹ ਕੇ ਲੜਨ ਨੂੰ ਵੀ ਤਿਆਰ ਹੋਣ, ਮੁਸੀਬਤਾਂ ਝੱਲਣ ਨੂੰ ਵੀ ਤਿਆਰ ਹੋਣ। ਪਹਿਲਾਂ ਪੂਰੀ ਤਿਆਰੀ ਕਰਵਾ ਕੇ ਉਹਨਾਂ ਤੋਂ ਪਰਣ ਕਰਵਾਇਆ ਜਾਂਦਾ ਸੀ ਕਿ ਮੈਂ ਗੁਰੂ ਕੇ ਹੁਕਮ ਦੇ ਵਿੱਚ ਰਹਿ ਕੇ ਆਪਣੇ ਸਮਾਜ ਵਾਸਤੇ, ਆਪਣੇ ਪੰਥ ਵਾਸਤੇ, ਆਪਣੇ ਲੋਕਾਂ ਵਾਸਤੇ ਹਰ ਤਰ੍ਹਾਂ ਦਾ ਵੱਡੇ ਤੋਂ ਵੱਡਾ ਖਤਰਾ ਮੁੱਲ ਲੈਣ ਵਾਸਤੇ ਤਿਆਰ ਹਾਂ ਅਤੇ ਮੈਂ ਇਹ ਸੇਵਾ ਜ਼ਰੂਰ ਕਰਾਂਗਾ। ਸੋ ਇਸ ਤਰ੍ਹਾਂ ਫਿਰ 5 ਸਿੰਘਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਕਿ ਚੋਣ ਕਰੋ, ਟ੍ਰੇਨਿੰਗ ਦਿਓ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਖੰਡੇ ਕੀ ਪਹੁਲ ਛਕਾਓ, ਫੌਜ ਦੇ ਵਿੱਚ ਭਰਤੀ ਕਰ ਲਓ। ਇਸ ਤਰ੍ਹਾਂ ਭਰਤੀ ਕਰਨ ਦਾ ਇੱਕ ਢੰਗ ਸੀ, ਪਰ ਇਹਨੂੰ ਅਸੀਂ ਸਿੱਖ ਧਰਮ ਦੇ ਵਿੱਚ ਦਾਖਲ ਹੋਣ ਦਾ ਢੰਗ ਮੰਨ ਲਿਆ, ਜਿਹੜਾ ਕਿ ਗਲਤ ਹੋ ਗਿਆ। ਇਹ ਸਿੱਖ ਧਰਮ ਦੇ ਵਿੱਚ ਦਾਖਲ ਹੋਣਾ ਨਹੀਂ, ਬਲਕਿ ਫੌਜ ਦੇ ਵਿੱਚ ਭਰਤੀ ਹੋਣ ਦਾ ਇੱਕ ਤਰੀਕਾ ਹੈ। ਆਉਣ ਵਾਲੇ ਸਮੇਂ 'ਚ ਇਹਦੇ 'ਤੇ ਹੋ ਸਕਦਾ ਸਾਡੇ ਵਿਦਵਾਨ ਵਿਚਾਰ ਕਰਨ, ਨਹੀਂ ਵਿਚਾਰ ਕਰਨਗੇ ਤਾਂ ਅਸੀਂ ਇਸੇ ਤਰ੍ਹਾਂ ਉਲਝਦੇ ਰਵਾਂਗੇ ਅਤੇ ਇਸੇ ਤਰ੍ਹਾਂ ਸਾਡਾ ਜਿਹੜਾ ਵਿਚਾਰਧਾਰਕ ਤੌਰ 'ਤੇ ਹੋਰ ਮਤਭੇਦ ਪੈਦਾ ਹੁੰਦੇ ਜਾਣਗੇ, ਕਿਉਂਕਿ ਅੱਜ ਅਸੀਂ ਇਸ ਤਰ੍ਹਾਂ ਦੀ ਫੌਜ ਵੀ ਨਹੀਂ ਰੱਖ ਸਕਦੇ। ਅਤੇ ਸਿੱਖ ਧਰਮ ਦੇ ਵਿੱਚ ਦਾਖਲ ਹੋਣ ਵਾਸਤੇ ਜੇ ਖੰਡੇ ਕੀ ਪਹੁਲ ਨੂੰ ਗਿਣੀਏ, ਫਿਰ ਜਿਹੜੇ
ਅੰਮ੍ਰਿਤ ਨਹੀਂ ਛਕਦੇ, ਖੰਡੇ ਕੀ ਪਹੁਲ ਨਹੀਂ ਲੈਂਦੇ, ਫਿਰ ਉਹਨਾਂ ਨੂੰ ਕੀ ਆਖਾਂਗੇ, ਫਿਰ ਸਾਡੀ ਗਿਣਤੀ ਕਿਹੜੀ ਰਹਿ ਗਈ। ਇਹ ਬਹੁਤ ਕੋਈ ਸੋਚਣ ਵਾਲਾ ਹੈ। ਸੋ ਇਹ ਸੀ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਨੇ ਆਪ ਖੁਦ ਖੰਡੇ ਕੀ ਪਹੁਲ ਛਕਾਈ। ਉਸ ਤੋਂ ਬਾਅਦ ਪੰਜਾਂ ਸਿੰਘਾਂ ਦੀ ਡਿਊਟੀ ਲਾ ਦਿੱਤੀ ਗਈ। ਅੱਗੇ ਤੋਂ ਅੱਗੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਗਿਆ। ਸਵਾਲ ਨੰਬਰ 323, ਗੁਰੂ ਸਾਹਿਬ ਨੇ ਜਦੋਂ ਸਿੰਘਾਂ ਦੇ ਸੀਸ ਕਲਮ ਕਰ ਦਿੱਤੇ ਤਾਂ ਉਹਨਾਂ ਪੰਜਾਂ ਸਿੱਖਾਂ ਨੂੰ ਜੀਵਤ ਕਰਨ ਲਈ ਕਿਹੜਾ ਅੰਮ੍ਰਿਤ ਤਿਆਰ ਕੀਤਾ ਸੀ ਦਸਵੇਂ ਪਾਤਸ਼ਾਹ ਨੇ? ਇਹ ਵੀ ਭਾਈ ਸੁਰਜੀਤ ਸਿੰਘ ਕੈਨੇਡਾ ਵਾਲਿਆਂ ਦਾ ਸਵਾਲ ਹੈ। ਗੁਰੂ ਪਿਆਰ ਵਾਲਿਓ, ਇਹ ਤਾਂ ਸੀਸ ਭੇਟ ਕਰਨਾ ਇੱਕ ਸਾਡਾ ਆਪਣਾ ਆਪਾ ਗੁਰੂ ਦੇ ਸਨਮੁਖ ਸਮਰਪਣ ਕਰਨਾ ਕਿ ਲੋੜ ਪੈਣ 'ਤੇ ਮੈਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਨੂੰ ਤਿਆਰ ਹਾਂ, ਉਹ ਭਾਵਨਾ ਪ੍ਰਗਟ ਕੀਤੀ ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰ ਕੱਟ ਕੇ ਭੇਟ ਕੀਤਾ ਗਿਆ। ਕੱਟਿਆ ਹੋਇਆ ਸਿਰ ਇਸ ਤਰ੍ਹਾਂ ਆਸਾਨੀ ਨਾਲ ਨਹੀਂ ਜੁੜ ਜਾਂਦਾ। ਹਾਲੇ ਤੱਕ ਵਿਗਿਆਨੀਆਂ ਨੇ ਵੀ ਅਜਿਹੀ ਕੋਈ ਖੋਜ ਨਹੀਂ ਕੀਤੀ, ਕਾਮਯਾਬ ਨਹੀਂ ਹੋਏ, ਕਾਢਾਂ ਨਹੀਂ ਨਿਕਲੀਆਂ ਕਿ ਕੱਟੇ ਹੋਏ ਸਿਰਾਂ ਨੂੰ ਦੁਬਾਰੇ ਜੋੜਿਆ ਜਾ ਸਕੇ। ਅਤੇ ਗੁਰੂ ਗੋਬਿੰਦ ਸਿੰਘ ਨੇ ਸਿਰ ਨਹੀਂ ਕੱਟੇ। ਉਹ ਤਾਂ ਇੱਕ ਉਹਨਾਂ ਸਿੱਖਾਂ ਦੇ ਅੰਦਰ ਇਹ ਭਾਵਨਾ ਪੈਦਾ ਕੀਤੀ ਸੀ ਕਿ ਭਾਈ ਤੁਸੀਂ ਅੱਜ ਤੋਂ ਬਾਅਦ ਆਪਣੀ ਮਤ ਵਰਤੋਂ ਨਹੀਂ ਕਰਨੀ, ਆਪਣੇ ਦਿਮਾਗ ਦੀ ਵਰਤੋਂ ਕਰਨ ਦੀ ਥਾਂ 'ਤੇ ਤੁਸੀਂ ਗੁਰੂ ਦੀ ਮਤ ਲੈਣੀ ਹੈ ਅਤੇ ਗੁਰੂ ਜਿਹੜਾ ਹੁਕਮ ਕਰੇਗਾ ਉਹਦੇ ਅਨੁਸਾਰ ਜ਼ਿੰਦਗੀ ਜਿਉਣੀ ਹੈ। ਤੁਹਾਡੀ ਅੱਜ ਟ੍ਰੇਨਿੰਗ ਕਰਾ ਕੇ ਖੰਡੇ ਕੀ ਪਹੁਲ ਛਕਾ ਕੇ ਫੌਜ ਦੇ ਵਿੱਚ ਭਰਤੀ ਕਰਕੇ ਤੁਹਾਨੂੰ ਮੈਦਾਨੇ ਜੰਗ ਦੇ ਵਿੱਚ ਉਤਾਰਨਾ ਹੈ। ਕਿੱਥੇ ਮੋਹਰੀ ਹੋ ਕੇ ਲੜਨਾ ਹੈ, ਕਿੱਥੇ ਗੁਰੀਲਾ ਜੰਗ ਲੜਨੀ ਹੈ, ਕਿੱਥੇ ਪਿਛਾਂਹ ਹਟਣਾ ਹੈ, ਕਿੱਥੇ ਦੁਸ਼ਮਣ ਨੂੰ ਧੋਖਾ ਦੇਣਾ ਹੈ, ਕਿੱਥੇ ਅਚਨਚੇਤੀ ਦੁਸ਼ਮਣ 'ਤੇ ਹਮਲਾ ਕਰਨਾ ਹੈ। ਇਹ ਸਾਰਾ ਕੁਝ ਤੁਹਾਨੂੰ ਗੁਰੂ ਸਾਹਿਬ ਜਾਂ ਗੁਰੂ ਵੱਲੋਂ ਥਾਪੇ ਹੋਏ ਯੋਗ ਸਿੱਖ ਉਹ ਹੁਕਮ ਦੇਣਗੇ। ਇਸ ਫੌਜ ਨੇ ਇਸ ਨਿਯਮ ਦੇ ਵਿੱਚ ਰਹਿ ਕੇ ਕੰਮ ਕਰਨਾ ਹੋਵੇਗਾ। ਤੋ ਕੱਟੇ ਹੋਏ ਸਿਰ ਕਦੇ ਨਹੀਂ ਜੁੜਦੇ। ਇਹ ਤਾਂ ਡੇਰੇਦਾਰਾਂ ਨੇ, ਟਕਸਾਲੀਆਂ ਨੇ ਇਹੋ ਜਿਹਾ ਬਹੁਤ ਕੁਝ ਪ੍ਰਚਾਰ ਦਿੱਤਾ। ਮੈਂ ਆਪ ਖੁਦ ਫੋਟੋਆਂ ਬਹੁਤ ਪਹਿਲਾਂ ਵੇਖ ਚੁੱਕਿਆ, ਆਮ ਵਿਕਦੀਆਂ ਸੀ ਦੁਕਾਨਾਂ 'ਤੇ ਕਿ ਪੰਜੇ ਸਿੱਖ ਆਪਣੇ ਸਿਰ ਕੱਟ ਕੇ ਹੱਥਾਂ 'ਤੇ ਧਰ ਕੇ ਉਹ ਗੁਰੂ ਗੋਬਿੰਦ ਸਿੰਘ ਦੇ ਅੱਗੇ ਭੇਟ ਕਰ ਰਹੇ ਦੀਆਂ ਫੋਟੋਆਂ ਵੀ ਅੱਗੇ ਬਣੀਆਂ ਹੋਈਆਂ ਸੀ। ਅੱਜ ਕੱਲ੍ਹ ਇਹ ਘਟ ਗਈਆਂ ਨੇ, ਨਹੀਂ ਦੇਖਣ ਨੂੰ ਮਿਲਦੀਆਂ। ਪਰ ਇਹੋ ਜਿਹਾ ਕੋਈ ਜਾਦੂਗਰੀ ਨਹੀਂ ਕਿਤੇ ਵੀ ਹੈਗੀ ਕਿ ਕੱਟਿਆ ਹੋਇਆ ਸਿਰ ਜੋੜਿਆ ਜਾ ਸਕੇ। ਜੇ ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹਾ ਅੰਮ੍ਰਿਤ ਕੋਈ ਤਿਆਰ ਕੀਤਾ ਹੁੰਦਾ ਤੇ ਹੁਣ ਤਾਂ ਫਿਰ ਦੁਬਾਰਾ ਵੀ ਸਾਨੂੰ ਲੋੜ ਪੈ ਸਕਦੀ ਹੈ ਉਹਦੀ, ਅਤੇ ਉਹ ਅੰਮ੍ਰਿਤ ਸਾਨੂੰ ਵੀ ਦੱਸ ਕੇ ਜਾਂਦੇ ਗੁਰੂ ਸਾਹਿਬ। ਫਿਰ ਜਿੱਥੇ ਸਿੱਖ ਲੇਖੇ ਲੱਗ ਜਾਂਦੇ ਨੇ ਜੰਗਾਂ ਯੁੱਧਾਂ 'ਚ, ਉਹਨਾਂ ਨੂੰ ਦੁਬਾਰਾ ਜਿਉਂਦੇ ਕਰਨ ਵਾਸਤੇ ਵੀ ਉਹੋ ਜਿਹਾ ਅੰਮ੍ਰਿਤ ਤਿਆਰ ਕਰਕੇ ਵਰਤਿਆ ਜਾ ਸਕਦਾ ਸੀ। ਅਤੇ ਜਿਹੜੇ ਇਹ ਟਕਸਾਲ ਵਾਲੇ ਬਹੁਤ ਜ਼ਿਆਦਾ ਡੀਂਗਾਂ ਵੱਡੀਆਂ ਮਾਰਦੇ ਨੇ, ਫਿਰ ਭਾਈ ਜਰਨੈਲ ਸਿੰਘ ਤਾਂ ਦਰਬਾਰ ਸਾਹਿਬ 'ਚ ਰਹਿੰਦੇ ਸੀ, ਕਹਿੰਦੇ ਨੇ ਉਹ ਨਾਮ ਬਹੁਤ ਜਪਦੇ ਸੀ, ਉਹਨਾਂ ਨੂੰ ਬਾਣੀ ਬਹੁਤ ਯਾਦ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ। ਫਿਰ ਉੱਥੇ ਦਰਬਾਰ ਸਾਹਿਬ ਦੇ ਵੀ ਜਿਹੜਾ ਐਡਾ ਘੱਲੂ ਘਾਰਾ ਹੋਇਆ, ਖੂਨ ਖਰਾਬਾ ਹੋਇਆ, ਉੱਥੇ ਵੀ ਅੰਮ੍ਰਿਤ ਛਿੜਕ ਕੇ ਸਾਰਿਆਂ ਨੂੰ ਜਿਉਂਦੇ ਕਰ ਲੈਣਾ ਚਾਹੀਦਾ ਸੀ। ਪਰ ਇਹੋ ਜਿਹਾ ਕੁਝ ਨਹੀਂ ਹੋਇਆ ਕਰਦਾ। ਇਹ ਝੂਠ ਕਹਾਣੀਆਂ ਨੇ, ਇਹਦੇ ਭਾਵ ਅਰਥ ਲੈਣੇ ਹੁੰਦੇ ਨੇ। ਜਦੋਂ ਗੁਰੂ ਸਾਹਿਬ ਗੁਰਬਾਣੀ 'ਚ ਇਹ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਉੱਥੇ ਇਹ ਦੱਸੋ ਤਲੀ 'ਤੇ ਸਿਰ ਰੱਖ ਕੇ ਕੌਣ ਜਾਂਦਾ? ਕਿੱਥੇ ਜਾਂਦੇ ਨੇ ਸਿਰ ਤਲੀ 'ਤੇ ਰੱਖ ਕੇ? ਇਹ ਕਹਿੰਦੇ ਨੇ ਬਹੁਤ ਸਾਰੇ ਲੋਕ ਵੀ ਸਿਰ ਤਾਂ ਤਲੀ 'ਤੇ ਰੱਖਿਆ ਜਾਂਦਾ ਹੁੰਦਾ। ਭਾਵਨਾ ਹੁੰਦੀ ਹੈ ਇਹ ਭਾਈ ਕਿ ਅਸੀਂ ਆਪਣੀ ਜਾਨ ਤਲੀ 'ਤੇ ਰੱਖਣੀ ਹੈ, ਭਾਵ ਕਿ ਡਰ ਮੌਤ ਦਾ ਆਪਣੇ ਮਨ 'ਚੋਂ ਕੱਢ ਕੇ ਹਰ ਤਰ੍ਹਾਂ ਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਤਿਆਰ ਕਰਨਾ ਹੈ। ਸਿਰ ਕੱਟਿਆ ਹੋਇਆ ਦੁਬਾਰਾ ਇਸ ਤਰ੍ਹਾਂ ਨਹੀਂ ਜੁੜਦਾ। ਇਹ ਕੋਈ ਮਜ਼ਾਕ ਨਹੀਂ ਹੈ। ਆਕਸੀਜਨ ਅਤੇ ਖੂਨ ਦਾ ਜਿਹੜਾ ਸਰਕਲ ਹੈ ਉਹ ਖਤਮ ਹੋ ਜਾਂਦਾ ਹੈ, ਦਿਮਾਗ ਕੰਮ ਕਰਨੋਂ ਹਟ ਜਾਂਦਾ ਹੈ, ਸਰੀਰ ਦੇ ਸਾਰੇ ਪੁਰਜੇ ਨਕਾਰਾ ਹੋ ਜਾਂਦੇ ਨੇ। ਇਸ ਕਰਕੇ ਕੱਟਿਆ ਹੋਇਆ ਸਿਰ ਦੁਬਾਰਾ ਹਾਲੀ ਤੱਕ ਜੋੜਨ ਦਾ ਕੋਈ ਵਿਧਾਨ, ਕੋਈ ਖੋਜ ਨਹੀਂ ਅਜੇ ਵਿਗਿਆਨੀਆਂ ਨੇ ਕੀਤੀ। ਸਵਾਲ ਨੰਬਰ 324, ਇਹ ਵੀ ਭਾਈ ਸੁਰਜੀਤ ਸਿੰਘ ਦਾ ਹੈ। ਇਹਨਾਂ ਦਾ ਸਵਾਲ ਹੈ ਕਿ ਹਰ ਇੱਕ ਇਨਸਾਨ ਲਈ ਜਿਹੜਾ ਸਿੱਖ ਬਣਨਾ ਚਾਹੇ ਉਹਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ? ਇੱਥੇ ਪਿਆਰਿਓ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅੰਮ੍ਰਿਤਧਾਰੀ ਹੋਣਾ, ਖੰਡੇ ਕੀ ਪਹੁਲ ਲੈਣਾ, ਇਹ ਹੈ ਫੌਜ ਦੇ ਵਿੱਚ ਭਰਤੀ ਹੋਣ ਦਾ ਇੱਕ ਤਰੀਕਾ। ਨਾਨਕ ਨਾਮ ਲੇਵਾ ਸਿੱਖ ਸਾਰੇ ਹੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ, ਭਾਵੇਂ 100% ਤਾਂ ਕੋਈ ਵੀ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜਿਉ ਸਕਦਾ, ਅਤੇ ਨਾ ਸਾਰੇ ਪੜ੍ਹ ਸਕਦੇ ਨੇ, ਨਾ ਸਾਰੇ ਸਮਝ ਸਕਦੇ ਨੇ। ਕਮੀਆਂ ਪੇਸ਼ੀਆਂ ਵੀ ਹੁੰਦੀਆਂ ਨੇ, ਅਣਜਾਣਪੁਣਾ ਵੀ ਹੁੰਦਾ, ਅਤੇ ਕਈ ਵਾਰੀ ਹਾਲਾਤ ਅਨੁਸਾਰ ਆਪਣੇ ਆਪ ਨੂੰ ਕੁਝ ਤਬਦੀਲ ਕਰਨਾ ਪੈਂਦਾ। ਪਰ ਜਿਹੜਾ ਬੰਦਾ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਹਿਬਰ ਆਗੂ ਮੰਨਦਾ ਅਤੇ ਸਿੱਖ ਅਖਵਾਉਣਾ ਫਖਰ ਦੀ ਗੱਲ ਮਹਿਸੂਸ ਕਰਦਾ,
ਉਹਨਾਂ ਸਾਰਿਆਂ ਨੂੰ ਨਾਨਕ ਨਾਮ ਲੇਵਾ ਸਿੱਖ ਆਖਾਂਗੇ। ਉਹਨਾਂ ਨੇ ਭਾਵੇਂ ਖੰਡੇ ਕੀ ਪਹੁਲ ਨਹੀਂ ਵੀ ਲਈ, ਕੋਈ ਉਹਨਾਂ 'ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ। ਇਸ ਤਰ੍ਹਾਂ ਤਾਂ ਅਸੀਂ ਸਿੱਖਾਂ ਦੀ ਬਹੁਤ ਜ਼ਿਆਦਾ ਦੂਰੀ ਬਣਾ ਲਈ, ਸਾਡੇ ਆਪਣੇ ਭੈਣਾਂ ਭਰਾਵਾਂ ਨੂੰ ਵਿਛੋੜ ਦਿੱਤਾ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨੇ, ਬਾਣੀ 'ਤੇ ਵਿਸ਼ਵਾਸ ਰੱਖਦੇ ਨੇ ਅਤੇ ਮੱਥਾ ਟੇਕਦੇ ਨੇ, ਅਤੇ ਉਹਨਾਂ ਨੂੰ ਵੀ ਅਸੀਂ ਜੇ ਅੰਮ੍ਰਿਤ ਨਹੀਂ ਛਕਿਆ ਤਾਂ ਕਹਿ ਦਿੰਦੇ ਹਾਂ ਕਿ ਇਹ ਤਾਂ ਸਿੱਖ ਨਹੀਂ ਹੈ। ਪਿਆਰ ਵਾਲਿਓ, ਇੱਦਾਂ ਨਹੀਂ ਕਰੀਦਾ। ਸਾਡੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ। ਜੇ ਇਸ ਤਰ੍ਹਾਂ ਉਹਨਾਂ ਦਾ ਅਪਮਾਨ ਕਰਾਂਗੇ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ। ਸਾਡੇ ਲੀਡਰਾਂ ਦੀਆਂ ਮੂਰਖਤਾਵਾਂ ਦੇ ਕਾਰਨ ਅਸੀਂ ਅਣਜਾਣ ਭੈਣਾਂ ਭਾਈਆਂ ਨੂੰ, ਨੌਜਵਾਨਾਂ ਨੂੰ ਨੇੜੇ ਨਹੀਂ ਲਿਆ ਸਕੇ, ਪਰ ਦੂਰ ਬਹੁਤ ਨੂੰ ਕਰ ਦਿੱਤਾ ਹੈ। ਹਰੇਕ ਦਾ ਅਪਮਾਨ ਕੀਤਾ ਜਾ ਰਿਹਾ ਹੈ। ਰਾਧਾ ਸੁਆਮੀ ਡੇਰਾ ਲਗਭਗ ਅਲੱਗ ਹੋ ਗਿਆ। ਨਿਰੰਕਾਰੀਆਂ ਨੂੰ ਪੰਥ 'ਚੋਂ ਛੇਕ ਦਿੱਤਾ ਹੈ। ਸੱਚੇ ਸੌਦੇ ਵਾਲੇ ਵੱਖ ਹੋ ਗਏ ਨੇ। ਇਸੇ ਤਰ੍ਹਾਂ ਜਿਹੜੇ ਰਵਿਦਾਸ ਜੀ ਵਾਲੇ ਅਲੱਗ ਹੋ ਗਏ ਨੇ, ਰਵਿਦਾਸੀਏ, ਅਤੇ ਹੋਰ ਕਿੰਨੇ ਸਾਰੇ, ਕਿਤੇ ਰਾਮਗੜੀਏ, ਕਿਤੇ ਨਿਹੰਗ ਸਿੰਘ, ਕਿਤੇ ਟਕਸਾਲਾਂ ਵਾਲੇ, ਕਈ ਬੇਅਮਰਤੀਏ ਨੇ, ਕਈ ਅੰਮ੍ਰਿਤਧਾਰੀ ਨੇ, ਪਰ ਸਾਰੀ ਪਾਟੋ ਧੜ ਹੋਈ ਪਈ ਹੈ। ਲੀਡਰਾਂ ਨੇ ਨੇੜੇ ਲਿਆਉਣ ਦਾ ਪ੍ਰਬੰਧ ਕੋਈ ਨਹੀਂ ਕੀਤਾ। ਸ਼ਰਤ ਕੇਵਲ ਇਹੋ ਹੀ ਚਾਹੀਦੀ ਸੀ ਕਿ ਆਪਣੇ ਮਨ ਕਰਕੇ ਭਾਈ ਤੁਸੀਂ ਜਿਹੜਾ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ, ਜਿੰਨੀ ਕੁ ਉਹਨੂੰ ਸਮਝ ਆਉਂਦੀ ਹੈ ਉਹਦੇ ਅਨੁਸਾਰ ਉਹ ਆਪਣਾ ਜੀਵਨ ਜਿਉਂਦਾ ਅਤੇ ਉਹ ਸਿੱਖ ਹੈ। ਅਤੇ ਦੂਜਿਆਂ ਤੋਂ ਸਰਟੀਫਿਕੇਟ ਲੈਣਾ ਅਤੇ ਦੇਣਾ ਇਹ ਜਥੇਦਾਰਾਂ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਅਸੀਂ ਵੀ ਉਹਨਾਂ ਦੇ ਗੁਲਾਮ ਨਾ ਬਣੀਏ, ਉਹਨਾਂ ਤੋਂ ਨਾ ਪੁੱਛੀਏ ਕਿ ਅਸੀਂ ਸਿੱਖ ਹਾਂ ਕਿ ਨਹੀਂ ਹਾਂ। ਅਸੀਂ ਇਹ ਕਹੀਏ ਕਿ ਅਸੀਂ ਗੁਰਬਾਣੀ ਦੇ ਸਿੱਖ ਹਾਂ, ਕਿਸੇ ਵਿਅਕਤੀ ਦੇ ਸਿੱਖ ਨਹੀਂ ਹਾਂ। ਡੇਰਿਆਂ ਤੋਂ, ਜਥੇਬੰਦੀਆਂ ਤੋਂ ਅਤੇ ਅਲੱਗ-ਅਲੱਗ ਸੰਪਰਦਾਵਾਂ ਤੋਂ, ਉਹਨਾਂ ਤੋਂ ਆਪਣੇ ਆਪ ਨੂੰ ਵੱਖਰੇ ਕਰੀਏ, ਸੰਕੋਚ ਕੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਲਿਆਈਏ ਅਤੇ ਆਪਣੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਜੀਵੀਏ, ਅਤੇ ਫਿਰ ਅਸੀਂ ਸਾਰੇ ਹੀ ਸਿੱਖ ਹਾਂ। ਅਤੇ ਕੋਈ ਕੀ ਕਹਿੰਦਾ ਇਹਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਸਾਡੇ ਲੀਡਰਾਂ ਨੇ ਤਾਂ ਨੁਕਸਾਨ ਬਹੁਤ ਕੀਤਾ ਪੰਥ ਦਾ, ਪਰ ਭਲਾ 1-2% ਵੀ ਨਹੀਂ ਕੀਤਾ। ਇਸ ਪਾਸੇ ਆਪਾਂ ਨੂੰ ਖੁਦ ਧਿਆਨ ਦੇਣਾ ਪਵੇਗਾ ਜੇ ਆਪਣੇ ਪੰਥ ਦੀ ਆਪਾਂ ਚੜ੍ਹਦੀ ਕਲਾ ਚਾਹੁੰਦੇ ਹਾਂ ਤਾਂ। ਸਵਾਲ ਨੰਬਰ 325, ਇਹ ਵੀ ਭਾਈ ਸੁਰਜੀਤ ਸਿੰਘ ਦਾ ਸਵਾਲ ਹੈ। ਇਹਨਾਂ ਨੇ ਸਵਾਲ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਕੀ ਹਿੰਦੂ ਧਰਮ ਲਈ ਸ਼ਹੀਦ ਹੋਏ ਸਨ? ਜੀ ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹ ਇਨਸਾਨੀਅਤ ਦੇ ਭਲੇ ਹਿੱਤ ਲੇਖੇ ਲੱਗੇ ਸਨ ਅਤੇ ਸ਼ਹੀਦ ਹੋਣ ਵਾਸਤੇ ਦਿੱਲੀ ਨਹੀਂ ਸੀ ਗਏ, ਬਲਕਿ ਉਹਨਾਂ ਨੂੰ ਰੋਪੜ ਦੇ ਨੇੜੇ ਮਲਕਪੁਰ ਰੰਘਣਾ ਪਿੰਡ ਹੈ, ਉੱਥੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਸੀ। ਗ੍ਰਿਫਤਾਰੀ 2 ਵਾਰੀ ਪਹਿਲਾਂ ਵੀ ਹੋਈ ਸੀ, ਪਰ ਪਹਿਲਾਂ ਕੁਝ ਮੋਹਤਬਰ ਬੰਦਿਆਂ ਨੇ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਦੇ 1.5 ਮਹੀਨਾ 2 ਮਹੀਨੇ ਕੈਦ ਵਿੱਚ ਰੱਖ ਕੇ ਰਿਹਾ ਕਰ ਦਿੱਤਾ ਗਿਆ ਸੀ। ਅਤੇ ਇਸ ਵਾਰ ਜਿਹੜਾ ਮਲਕਪੁਰ ਰੰਘਣਾ ਤੋਂ ਗ੍ਰਿਫਤਾਰ ਕੀਤਾ ਗਿਆ 1675 ਦੇ ਵਿੱਚ, ਉਦੋਂ ਫਿਰ ਉਹਨਾਂ ਨੂੰ ਪਹਿਲਾਂ ਸਰਹੰਦ ਪਹੁੰਚਾਇਆ ਗਿਆ, ਫਿਰ ਸਰਹੰਦ ਤੋਂ ਉਹਨਾਂ ਨੂੰ ਦਿੱਲੀ ਪਹੁੰਚਾਇਆ ਗਿਆ। ਦਿੱਲੀ ਦੇ ਵਿੱਚ ਉਹਨਾਂ ਨੂੰ ਆਪਣੀਆਂ ਸ਼ਰਤਾਂ ਮਨਾਉਣ ਵਾਸਤੇ ਆਖਿਆ ਗਿਆ ਕਿ ਤੁਸੀਂ ਸਾਡੇ ਅਨੁਸਾਰ ਸਾਰੇ ਕੰਮ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਅਤੇ ਔਰੰਗਜ਼ੇਬ ਦਾ ਹੁਕਮ ਸੀ ਕਿ ਇਹ ਬਹੁਤ ਸਾਰੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ, ਭੜਕਾ ਰਹੇ ਨੇ, ਸਾਡੇ ਰਾਜ ਨੂੰ, ਸਾਡੇ ਧਰਮ ਨੂੰ ਖਤਰਾ ਹੈ। ਅਤੇ ਪੁਜਾਰੀਆਂ ਨੇ ਵੀ ਬਹੁਤ ਕੁਝ ਇਹੋ ਜਿਹਾ ਭਰਿਆ ਹੋਇਆ ਸੀ ਹਾਕਮਾਂ ਦੇ ਕੰਨਾਂ ਵਿੱਚ, ਅਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਉਹ ਖਤਰਾ ਮਹਿਸੂਸ ਕਰਦੇ ਸਨ। ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ। ਅਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਅਤੇ ਉਹ ਹਿੰਦੂ ਧਰਮ ਦੀ ਰਾਖੀ ਵਾਸਤੇ ਨਹੀਂ, ਬਲਕਿ ਸਮਾਜ ਦੇ ਭਲੇ ਵਾਸਤੇ, ਹਕੂਮਤ ਦੇ ਜ਼ੁਲਮਾਂ ਦੇ ਵਿਰੁੱਧ ਟੱਕਰ ਲੈ ਰਹੇ ਸੀ ਅਤੇ ਲੋਕਾਂ ਨੂੰ ਜਾਗਰਤ ਕਰ ਰਹੇ ਸੀ। ਚਾਹੇ ਉਹ ਪੁਜਾਰੀ ਤਬਕਾ ਹੈ, ਚਾਹੇ ਉਹ ਹਾਕਮ ਧਿਰ ਹੈ, ਚਾਹੇ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਜਿਹੜਾ ਵੀ ਜ਼ੁਲਮ ਕਰਦਾ ਹੈ ਉਹਦੇ ਵਿਰੁੱਧ ਗੁਰੂ ਸਾਹਿਬ ਆਵਾਜ਼ ਬੁਲੰਦ ਕਰ ਰਹੇ ਸਨ। ਗੁਰੂ ਸਾਹਿਬ ਨੇ ਤਾਂ ਖੁਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸ਼ੇਖ ਫਰੀਦ ਜਿਹੜਾ ਕਿ ਮੁਸਲਮਾਨ ਸੀ, ਉਹਨਾਂ ਦੀ ਬਾਣੀ ਵੀ ਵਿੱਚ ਮੌਜੂਦ ਹੈ, ਅਤੇ ਰਵਿਦਾਸ ਚਮਾਰ ਦੀ ਬਾਣੀ ਵੀ ਹੈ, ਰਾਮਾਨੰਦ, ਪਰਮਾਨੰਦ ਬ੍ਰਾਹਮਣਾਂ ਦੀ ਬਾਣੀ ਵੀ, ਭੱਟਾਂ ਦੀ, ਬਾਹਮਣਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੋ ਜਾਤ ਪਾਤ ਜਾਂ ਕਿਸੇ ਪੁਰਾਤਨ ਧਰਮ ਜਾਂ ਕਰਮ ਕਾਂਡ ਦਾ ਕੋਈ ਮਤਲਬ ਨਹੀਂ। ਇਨਸਾਨੀਅਤ ਦੇ ਭਲੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਕੰਮ ਕਰ ਰਹੇ ਸੀ। ਹਕੂਮਤ ਨੂੰ ਉਹ ਚੰਗਾ ਨਹੀਂ ਲੱਗਿਆ, ਕਿਉਂਕਿ ਕੋਈ ਵੀ ਹਕੂਮਤ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਅਕਲ ਆਵੇ, ਗਿਆਨ ਆਵੇ। ਜੇ ਲੋਕਾਂ ਨੂੰ ਅਕਲ ਆਵੇਗੀ ਤਾਂ ਉਹ ਬੁਰੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰਨਗੇ।
ਭੈੜੇ ਲੁਟੇਰੇ ਪੁਜਾਰੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਪੁਜਾਰੀਆਂ ਦਾ ਵੀ ਜਿਹੜੀ ਚੌਧਰ ਹੈ ਉਹ ਖਤਮ ਹੋਵੇਗੀ ਤੇ ਹਾਕਮਾਂ ਦੀ ਵੀ ਰਾਜ ਪਲਟਾ ਹੋ ਸਕਦਾ ਹੈ। ਇਸ ਕਰਕੇ ਹਕੂਮਤਾਂ ਅਤੇ ਪੁਜਾਰੀ ਰਲੇ ਮਿਲੇ ਹੁੰਦੇ ਨੇ। ਇਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਗਿਆਨ ਆਵੇ, ਅਕਲ ਆਵੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਲੋਕਾਂ ਨੂੰ ਗਿਆਨ ਵੰਡ ਰਹੇ ਨੇ, ਅੰਦਰ ਹਿੰਮਤ ਹੌਸਲਾ ਭਰ ਰਹੇ ਨੇ, ਜੰਗ ਯੁੱਧ ਵਾਸਤੇ ਤਿਆਰ ਕਰ ਰਹੇ ਨੇ ਤੇ ਉਹਨਾਂ ਨੂੰ ਲੀਡਰ ਹੋਣ ਦੇ ਨਾਤੇ ਸ਼ਹੀਦ ਕਰ ਦਿੱਤਾ ਗਿਆ। ਇੱਕ ਤਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਨਾ ਰਵੇ, ਦੂਜਾ ਲੋਕ ਹੌਸਲਾਹੀਣ ਹੋ ਜਾਣ। ਇਸ ਕਰਕੇ ਹਕੂਮਤਾਂ ਸਦਾ ਇਹ ਕੰਮ ਕਰਦੀਆਂ ਆਈਆਂ ਨੇ। ਕੱਲਾ ਹਿੰਦੂ ਧਰਮ ਵਾਸਤੇ ਨਹੀਂ, ਮਨੁੱਖਤਾ ਦੇ ਭਲੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਆਪਾ ਲੇਖੇ ਲਾਇਆ ਤੇ ਉਹ ਗੱਲਬਾਤ ਕਰਨ ਵਾਸਤੇ ਗਏ ਸਨ। ਇਹ ਹਕੂਮਤ ਦੀ ਬੇਈਮਾਨੀ ਹੈ ਕਿ ਉੱਥੇ ਗੱਲ ਸਿਰੇ ਨਾ ਚੜ੍ਹੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ। ਸਵਾਲ ਨੰਬਰ 326 ਭਾਈ ਸੁਰਜੀਤ ਸਿੰਘ ਕੈਨੇਡਾ, ਇਹਨਾਂ ਦਾ ਹੀ ਸਵਾਲ ਹੈ ਕਿ ਹਿੰਦੂ ਪਹਾੜੀ ਰਾਜੇ ਸਾਰੇ ਹਿੰਦੂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਵਾਸਤੇ ਆਪਣੀ ਜਿੰਦ ਲੇਖੇ ਲਾ ਦਿੱਤੀ। ਫਿਰ ਇਹ ਪਹਾੜੀ ਰਾਜੇ ਨੇ ਜਿਹੜੇ ਹਿੰਦੂ, ਇਹ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਿਉਂ ਲੜਦੇ ਰਹੇ? ਇੱਥੇ ਧਿਆਨ ਦੇਣ ਦੀ ਇਹ ਲੋੜ ਹੈ ਕਿ ਜਿਸ ਦੀ ਬੁੱਧੀ ਵਿਕਸਿਤ ਨਹੀਂ ਹੋਈ ਹੁੰਦੀ ਉਹ ਕੋਈ ਵੀ ਗਲਤ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਉਹਦਾ ਆਪਣਾ ਨਿੱਜੀ ਭਲਾ ਹੋਣਾ ਚਾਹੀਦਾ ਹੈ। ਉਹਦੀ ਕੌਮ, ਉਹਦਾ ਧਰਮ, ਉਹਦਾ ਦੇਸ਼ ਭਾਵੇਂ ਬਰਬਾਦ ਹੋ ਜਾਵੇ, ਉਹਨੇ ਆਪਣੇ ਨਿੱਜੀ ਫਾਇਦਾ ਵੇਖਣਾ ਹੁੰਦਾ ਹੈ। ਧਿਆਨ ਰਵੇ ਤੇ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ। ਉਹਨੇ ਗੁਰੂ ਘਰ ਦਾ ਬੇਅੰਤ ਨੁਕਸਾਨ ਕੀਤਾ ਗੁਰੂ ਅਰਜਨ ਸਾਹਿਬ ਨੂੰ, ਅਤੇ ਇਸ ਉੱਭਰ ਰਹੀ ਸਿੱਖ ਲਹਿਰ ਨੂੰ ਉਹਨੇ ਬਹੁਤ ਢਾਹ ਲਾਈ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਬੇਟਾ ਸ਼੍ਰੀ ਚੰਦ, ਉਹਨੇ ਬਹੁਤ ਨੁਕਸਾਨ ਕੀਤਾ ਹੈ। ਧੀਰ ਮੱਲ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਸੀ, ਉਹਨੇ ਬਹੁਤ ਨੁਕਸਾਨ ਕੀਤਾ। ਉਹ ਹੱਥ ਠੋਕਾ ਬਣ ਗਿਆ ਸੀ ਸਰਕਾਰ ਦਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਅੱਗੇ ਵਾਪਰਦੀਆਂ ਨੇ। ਜਦੋਂ ਮਿਸਲਾਂ ਦਾ ਸਮਾਂ ਆਉਂਦਾ ਜਾਂ ਬੰਦਾ ਸਿੰਘ ਬਹਾਦਰ ਦਾ ਸਮਾਂ ਹੁੰਦਾ, ਉਦੋਂ ਆਪਣੇ ਅੰਦਰੋਂ ਹੀ ਬਹੁਤ ਸਾਰੇ ਵਿਰੋਧੀ ਪੈਦਾ ਹੋ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਬੰਦਾ ਕੰਮ ਕਰ ਰਿਹਾ, ਜਿਵੇਂ ਬੰਦਾ ਸਿੰਘ ਬਹਾਦਰ, ਵੀ ਇਹ ਗਲਤ ਕਰ ਰਿਹਾ। ਕਈਆਂ ਨੂੰ ਲੱਗਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਠੀਕ ਕੰਮ ਨਹੀਂ ਕਰ ਰਹੇ, ਕਈਆਂ ਨੂੰ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਗਲਤ ਚੱਲ ਰਹੇ ਨੇ। ਤਾਂ ਇਸ ਤਰ੍ਹਾਂ ਉਹਨਾਂ ਨੂੰ ਗੁਰੂ ਦੀ ਜਾਂ ਕਿਸੇ ਯੋਧੇ ਦੀ ਸਿੱਖਿਆ, ਉਹਦੀ ਪਲਾਨਿੰਗ ਜਦੋਂ ਚੰਗੀ ਨਹੀਂ ਲੱਗਦੀ ਤਾਂ ਫਿਰ ਉਹ ਆਪਣੇ ਢੰਗ ਨਾਲ ਉਹਨੂੰ ਸਲਾਹ ਦਿੰਦੇ ਨੇ। ਜੇ ਸਲਾਹ ਨਾ ਮੰਨੇ ਤਾਂ ਉਹਦਾ ਵਿਰੋਧੀ ਬਣ ਜਾਂਦੇ ਨੇ ਤੇ ਹਕੂਮਤ ਦੇ ਨਾਲ ਕੁਝ ਲੇਵਾ ਦੇਵੀ ਕਰਕੇ ਸਮਝੌਤੇ ਕਰ ਲੈਂਦੇ ਨੇ। ਇਸੇ ਤਰ੍ਹਾਂ ਪਹਾੜੀ ਰਾਜੇ ਭਾਵੇਂ ਹਿੰਦੂ ਸੀ, ਪਰ ਉਹ ਨਹੀਂ ਸੀ ਚਾਹੁੰਦੇ ਕਿ ਜਿਹੜਾ ਇਹੋ ਜਿਹਾ ਕ੍ਰਾਂਤੀਕਾਰੀ ਇੱਥੇ ਇਨਕਲਾਬ ਪੈਦਾ ਹੋ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਲੋਕਾਂ ਨੂੰ ਤਿਆਰ ਕਰ ਰਹੇ ਨੇ। ਇਹਦੇ ਵਿੱਚ ਚੂੜੇ, ਚਮਾਰ, ਨਾਈ, ਧੋਬੀ, ਜੱਟ, ਬਾਹਮਣ ਸਾਰੇ ਹੀ ਸ਼ਾਮਲ ਹੋ ਰਹੇ ਨੇ। ਸਾਡੀ ਵਾਲੀ ਮਨੂ ਸਿਮਰਤੀ ਖੱਤਰੀ ਦੀ ਤੇ ਬ੍ਰਾਹਮਣ ਦੀ ਉੱਚਤਾ ਇਹ ਖਤਮ ਹੋਵੇਗੀ। ਸਾਡਾ ਹੋ ਸਕਦਾ ਹੈ ਰਾਜ ਨਾ ਰਵੇ, ਤਾਂ ਹੋ ਸਕਦਾ ਹੈ ਸਾਨੂੰ ਕੋਈ ਸਜ਼ਾਵਾਂ ਵੀ ਦਿੱਤੀਆਂ ਜਾ ਸਕਣ। ਉਹਨਾਂ ਨੇ ਔਰੰਗਜ਼ੇਬ ਦੇ ਨਾਲ ਸਮਝੌਤੇ ਕਰਕੇ ਇੰਨੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਦੀਆਂ ਮੁਗਲ ਫੌਜ ਦੇ ਨਾਲ, ਔਰੰਗਜ਼ੇਬ ਦੇ ਸਿਪਾਹੀਆਂ ਨਾਲ ਨਹੀਂ ਹੋਈਆਂ ਜਿੰਨੀਆਂ ਹਿੰਦੂ ਪਹਾੜੀ ਰਾਜਿਆਂ ਨਾਲ ਲੜਾਈਆਂ ਹੋਈਆਂ ਨੇ। ਉਹਨਾਂ ਨਾ ਸਮਝ ਲੋਕਾਂ ਨੇ ਗੁਰੂ ਸਾਹਿਬ ਦਾ ਸਾਥ ਨਾ ਦੇ ਕੇ ਬਹੁਤ ਵੱਡਾ ਧਰੋਹ ਕਮਾਇਆ, ਗਲਤੀ ਕੀਤੀ ਹੈ। ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਬਹੁਤ ਛੇਤੀ ਪਹਿਲਾਂ ਹੀ ਕਾਮਯਾਬ ਹੋ ਜਾਂਦੇ ਤੇ ਸਿੱਖਾਂ ਨੂੰ, ਦੇਸ਼ ਦੇ ਲੋਕਾਂ ਨੂੰ ਇਹ ਬਾਦਸ਼ਾਹ ਬਣਾ ਦਿੰਦੇ। ਪਰ ਉਹਨਾਂ ਲੋਕਾਂ ਨੂੰ ਇੰਨੀ ਸਮਝ ਨਹੀਂ ਸੀ, ਉਹ ਦੂਰ ਅੰਦੇਸ਼ ਨਹੀਂ ਸੀ। ਇਹ ਤਾਂ ਅੱਜ ਤੱਕ ਵੀ ਚੱਲਦਾ ਆ ਰਿਹਾ ਹੈ। ਆਪਣੀ ਨਿੱਜੀ ਗਰਜਾਂ ਦੇ ਕਾਰਨ, ਲਾਲਸਾਵਾਂ ਦੇ ਕਾਰਨ ਆਪਣੀ ਕੌਮ ਨੂੰ ਵੇਚ ਦੇਣਾ, ਕੌਮ ਨੂੰ ਮਰਵਾ ਦੇਣਾ, ਨੁਕਸਾਨ ਕਰਵਾ ਦੇਣਾ, ਘਾਟਾ ਪਵਾ ਦੇਣਾ, ਇਹ ਅੱਜ ਵੀ ਆਪਣੇ ਅੰਦਰਲੇ ਲੋਕ ਕਰਦੇ ਰਹਿੰਦੇ ਨੇ। ਇਹ ਸਦਾ ਤੋਂ ਚੱਲਦਾ ਆਇਆ ਤੇ ਇਹ ਸਾਰੇ ਬੰਦੇ ਨਾ ਕਦੇ ਸਿਆਣੇ ਹੁੰਦੇ ਨੇ, ਨਾ ਕਦੇ ਮੂਰਖ ਹੁੰਦੇ ਨੇ। ਤਾਂ ਇਹ ਆਪੋ ਆਪਣੀ ਅਕਲ ਦੇ ਮੁਤਾਬਕ ਸਾਰੇ ਲੋਕ ਕੰਮ ਕਰਦੇ ਨੇ। ਅੱਜ ਵੀ ਆਪਾਂ ਇਹ ਪਰਖਣ ਯੋਗੇ ਬਣੀਏ ਕਿ ਸਾਡੇ ਵਾਸਤੇ ਠੀਕ ਕੀ ਹੈ ਅਤੇ ਗਲਤ ਕੀ ਹੈ, ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਨੇ ਜੋ ਲਾਈਨ ਚਲਾਈ ਸੀ ਉਹਨੂੰ ਇਹ ਪਹਾੜੀ ਰਾਜੇ ਨਹੀਂ ਸਮਝ ਸਕੇ। ਉਹਨਾਂ ਦੇ ਵਿੱਚੋਂ ਤਾਂ ਧਿਆਨ ਰਵੇ ਕੋਈ ਬ੍ਰਾਹਮਣ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਹੈ। ਤੇ ਕਾਰਨ
ਕਿ ਉਹ ਜਾਤ ਪਾਤ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਉਹਨਾਂ ਦੇ ਅੰਦਰ ਹਉਮੈ ਹੰਕਾਰ ਭਰਿਆ ਸੀ। ਉਹ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਏ ਸਭ ਤੋਂ ਉੱਚੇ ਸਮਝਦੇ ਸੀ। ਤੋਂ ਇਹਨਾਂ ਗੱਲਾਂ ਕਰਕੇ ਉਹਨਾਂ ਲੋਕਾਂ ਦੀ ਗੁਰੂ ਗੋਬਿੰਦ ਸਿੰਘ ਨਾਲ ਉਹ ਨੇੜਤਾ ਨਹੀਂ ਬਣੀ ਜਿਹੜੀ ਕਿ ਅੱਜ ਆਪਾਂ ਕਿਆਸ ਅਰਾਈਆਂ ਲਾਉਂਦੇ ਹਾਂ। ਅੱਜ ਵੀ ਬੇਅੰਤ ਲੋਕ ਨੇ ਜਿਹੜੇ ਗੁਰਬਾਣੀ ਨੂੰ ਨਹੀਂ ਪੜ੍ਹਦੇ, ਨਹੀਂ ਸਮਝਦੇ ਤੇ ਆਪਣੇ ਹੀ ਭੈਣਾਂ ਭਰਾਵਾਂ ਦੇ ਦੁਸ਼ਮਣ ਬਣੇ ਬੈਠੇ ਨੇ। ਅਸੀਂ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਦਿੱਲੀ ਕਮੇਟੀ, ਹੋਰ ਡੇਰੇਦਾਰ ਇਹ ਕੀ ਕਰ ਰਹੇ ਨੇ? ਕਦੇ ਅੱਜ ਵੀ ਤੇ ਝਾਤੀ ਮਾਰ ਲਈਏ ਕਿ 300 350 ਸਾਲ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਸਾਡੇ ਤੋਂ ਵਿਦਾ ਹੋਇਆਂ ਨੂੰ ਹੋ ਗਏ। ਅੱਜ ਵੀ ਹਾਲਾਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਸਿੱਖਾਂ ਦੇ ਅੰਦਰਲੇ ਜਿਹੜੇ ਹਾਲਾਤ ਨੇ। ਤੇ ਇਹ ਤਾਂ ਮੀਡੀਆ ਦੇ ਕਾਰਨ ਕੁਝ ਇੱਕ ਖਬਰਾਂ ਤੁਰੰਤ ਬਾਹਰ ਪਹੁੰਚ ਜਾਂਦੀਆਂ ਨੇ। ਇਹਨਾਂ ਲੀਡਰਾਂ ਦੀਆਂ ਮੰਦੀਆਂ ਕਰਤੂਤਾਂ ਤੁਰਤ ਨੰਗੀਆਂ ਹੋ ਜਾਂਦੀਆਂ ਨੇ ਤਾਂ ਕੁਝ ਸੁਧਾਰ ਹੋਣ ਦੇ ਚਾਂਸ ਨਜ਼ਰ ਆਉਂਦੇ ਨੇ। ਨਹੀਂ ਤਾਂ ਅੱਜ ਵੀ ਅਸੀਂ ਕੋਈ ਬਹੁਤੇ ਅਕਲਮੰਦ ਨਹੀਂ ਹੋਏ। ਅੱਜ ਵੀ ਅੰਦਰ ਖਾਤੇ ਉਹੀ ਸਾਜ਼ਿਸ਼ਾਂ ਚੱਲਦੀਆਂ ਆ ਰਹੀਆਂ ਨੇ। ਬਹੁਤ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ। ਸਵਾਲ ਨੰਬਰ 327 ਭਾਈ ਸੇਵਾ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਅੰਤ ਕਾਲ ਜੋ ਇਸਤਰੀ ਸਿਮਰੈ, ਇਸ ਸ਼ਬਦ ਦੇ ਵਿੱਚ ਜਿਹੜੀਆਂ ਇਹ ਪੰਕਤੀਆਂ ਆਈਆਂ ਨੇ ਇਹਦੇ ਅਰਥ ਸਮਝਾਓ ਜੀ। ਇਹਦੇ ਬਾਰੇ ਲੋਕਾਂ ਦੇ ਵਿੱਚ ਬਹੁਤ ਗਲਤ ਫਹਿਮੀਆਂ ਨੇ। ਕੁਝ ਦਿਨ ਪਹਿਲਾਂ ਸ਼ਾਇਦ ਇਸ ਤੋਂ ਪਹਿਲਾਂ ਵਾਲੇ ਐਪੀਸੋਡ ਦੇ ਵਿੱਚ ਇਹਦਾ ਮੈਂ ਜਵਾਬ ਦੇ ਚੁੱਕਿਆ, ਪਰ ਸੰਖੇਪ ਸਾਰ ਤੁਹਾਡੇ ਸਾਹਮਣੇ ਰੱਖ ਦਿੰਦਾ। ਇਸ ਦੇ ਵਿੱਚ ਜੋ ਰਹਾਓ ਵਾਲਾ ਬੰਦ ਹੈ ਉਹਦੇ ਵੱਲ ਦੁਬਾਰਾ ਤਵੱਜੋ ਦੇਣੀ। ਤਰਲੋਚਨ ਜੀ ਕਹਿੰਦੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਹੇ ਮਾਂ, ਕਦੀ ਵੀ ਰੱਬ ਨੂੰ ਆਪਣੇ ਮਨ ਤੋਂ ਨਾ ਵਿਸਾਰੀ, ਸਦਾ ਸਾਵਧਾਨ ਰਵੀ, ਚੇਤੇ 'ਚ ਰਵੀ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਹੁਣ ਪਹਿਲੀ ਪੰਕਤੀ ਲਈਏ ਆਪਾਂ, ਅੰਤ ਕਾਲ ਜੋ ਇਸਤਰੀ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਭਾਵ ਕਿ ਅੰਤ ਹੱਦ ਤੋਂ ਵੱਧ ਜਿਹੜਾ ਕੇਵਲ ਤੇ ਕੇਵਲ ਧਨ ਦੌਲਤ ਨੂੰ ਪਿਆਰ ਕਰਦਾ ਹੈ ਤੇ ਉਹਦਾ ਨਤੀਜਾ ਕੀ ਹੈ? ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਬੰਦਾ ਬੁਰੇ ਤੋਂ ਬੁਰੇ ਕੰਮ ਕਰਕੇ ਵੀ ਪੈਸਾ ਇਕੱਠਾ ਕਰੀ ਜਾ ਰਿਹਾ, ਲੋਕਾਂ ਨੂੰ ਲੁੱਟੀ ਜਾ ਰਿਹਾ, ਜ਼ੁਲਮ ਕਰੀ ਜਾ ਰਿਹਾ, ਤਾਂ ਉਹਨੂੰ ਆਪਾਂ ਕਹਿੰਦੇ ਨਿਰਾ ਸਾਪੀ ਬਣ ਗਿਆ। ਤਾਂ ਭਾਈ ਹਰੇਕ ਨੂੰ ਡੰਗ ਮਾਰਦਾ, ਇਹਨੂੰ ਤਾਂ ਮਾਇਆ ਚਾਹੀਦੀ ਹੈ। ਕਿਉਂਕਿ ਸੱਪ ਨਾਲ ਇਹ ਮੁਹਾਵਰਾ ਪ੍ਰਚਲਿਤ ਹੈ ਕਿ ਸੱਪ ਤਾਂ ਜ਼ਹਿਰੀ ਹੁੰਦਾ ਤੇ ਪਰ ਰਹਿੰਦਾ ਮਾਇਆ ਦੇ ਨੇੜੇ ਤੇੜੇ ਹੈ। ਤਾਂ ਉਹ ਉਦਾਹਰਣ ਦਿੱਤੀ ਗਈ ਹੈ। ਇਸੇ ਤਰ੍ਹਾਂ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਬੇਅੰਤ ਕਾਮੀ ਬਣ ਜਾਵੇ ਇਨਸਾਨ, ਕੇਵਲ ਕਾਮ ਵਾਸ਼ਨਾ ਦੇ ਵਿੱਚ ਡੁੱਬਿਆ ਰਹੇ, ਤੇ ਉਹਨੂੰ ਤਾਂ ਅਸੀਂ ਵੇਸ਼ਵਾ ਦਾ ਰੂਪ ਹੀ ਆਖਾਂਗੇ। ਤੇ ਨੀਵੀਂ ਤੋਂ ਨੀਵੀਂ ਉਪਾਧੀ ਜਿਹੜੀ ਵੇਸ਼ਵਾ ਦਿੱਤੀ ਜਾਂਦੀ ਹੈ ਸਮਾਜ ਦੇ ਵਿੱਚ, ਉਸ ਇਨਸਾਨ ਨੂੰ ਵੇਸ਼ਵਾ ਦਾ ਹੀ ਰੂਪ ਆਖਾਂਗੇ ਜਿਹੜਾ ਕੇਵਲ ਤੇ ਕੇਵਲ ਕਾਮ ਵਾਸ਼ਨਾ 'ਚ ਗਰਕਿਆ ਹੋਇਆ। ਵੇਸ਼ਵਾ ਕੋਈ ਵੱਖਰੀ ਜੂਨ ਨਹੀਂ ਹੈ, ਉਹ ਵੀ ਇਨਸਾਨ ਹੈ ਤੇ ਇਨਸਾਨਾਂ ਨੇ ਹੀ ਉਹਦੇ ਨਾਲ ਜ਼ੁਲਮ ਕਰਕੇ ਉਹਨੂੰ ਇਸ ਰਾਹ 'ਤੇ ਤੋਰਿਆ। ਪਰ ਸਮਾਜ ਦੇ ਵਿੱਚ ਪ੍ਰਚਲਿਤ ਉਦਾਹਰਨਾਂ ਨੇ ਜਿਹੜੀਆਂ ਉਹ ਸਾਹਮਣੇ ਰੱਖੀਆਂ ਜਾਂਦੀਆਂ ਨੇ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਵੇਸ਼ਵਾ ਜੋਨ ਬਲ ਬਲ ਅਵਤਰੈ। ਉਸ ਮਨੁੱਖ ਨੂੰ ਵੇਸ਼ਵਾ ਦੀ ਜੋਨੀ ਵਾਲਾ ਹੀ ਆਖਾਂਗੇ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਕੇਵਲ ਧੀਆਂ ਪੁੱਤਰਾਂ ਦੇ ਪਿਆਰ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦਾ, ਹੋਰ ਕੁਝ ਵੀ ਨਹੀਂ ਸੋਚਦਾ। ਤੇ ਇੱਥੇ ਤਰਲੋਚਨ ਜੀ ਕਹਿੰਦੇ ਨੇ ਉਹ ਤੇ ਸੂਰ ਵਰਗੇ ਹੀ ਹੈ, ਕਿਉਂਕਿ ਸੂਰਾਂ ਦੇ ਬੱਚੇ ਬਥੇਰੇ ਹੁੰਦੇ ਨੇ। ਸੂਕਰ ਜੋਨ ਬਲ ਬਲ ਅਵਤਰੈ। ਉਹਨਾਂ ਦਾ ਬੱਚੇ ਜੰਮਣ ਤੋਂ ਸਿਵਾਏ ਹੋਰ ਕੰਮ ਹੀ ਕੋਈ ਨਹੀਂ ਹੈ ਉਹਨਾਂ ਕੋਲੇ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਮਹਿਲ ਮਾੜੀਆਂ ਆਦਿਕ ਸੋਹਣੇ ਬਹੁਤ ਬਣਾਉਂਦਾ, ਪੈਸਾ ਇੱਧਰ ਬਹੁਤ ਲਾਈ ਜਾਂਦਾ, ਪਰ ਸਮਾਜ ਨਾਲ ਉਹਨੂੰ ਕੋਈ ਸਰੋਕਾਰ ਨਹੀਂ। ਪ੍ਰੇਤ ਜੋਨ ਬਲ ਬਲ ਅਵਤਰੈ। ਉਹਦੇ ਵਾਸਤੇ ਉਦਾਹਰਣ ਹੈ ਜਿਵੇਂ ਢੱਠੀਆਂ ਇਮਾਰਤਾਂ, ਖਾਲੀ ਇਮਾਰਤਾਂ 'ਚ ਜਿਵੇਂ ਪ੍ਰੇਤ ਬੋਲਦੇ ਨੇ ਲੋਕੀ, ਪ੍ਰਚਲਿਤ ਮੁਹਾਵਰੇ ਨੇ ਇਹ। ਉਹ ਉਦਾਹਰਣ ਦੇ ਕੇ ਕਿ ਉਸ ਬੰਦੇ ਨੂੰ ਪ੍ਰੇਤ ਹੀ ਆਖਾਂਗੇ ਜਿਹੜਾ ਬਿਲਡਿੰਗਾਂ 'ਤੇ ਬਣਾਈ ਜਾਂਦਾ ਪਰ ਸਮਾਜ ਸੁਧਾਰ ਦਾ ਕੋਈ ਭਲਾ ਕੰਮ ਕਰਦਾ ਹੀ ਨਹੀਂ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜੇ ਕਿਤੇ ਪ੍ਰਭੂ ਪਰਮਾਤਮਾ ਨੂੰ ਬੰਦਾ ਯਾਦ ਰੱਖੇ, ਨੇਕ ਇਨਸਾਨ ਬਣ ਜਾਵੇ ਤੇ ਬੁਰਾ ਕੰਮ ਕਦੀ ਨਾ ਕਰੇ, ਫਿਰ ਕੀ ਬਣਦਾ? ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੈ ਹਿਰਦੈ ਬਸੈ। ਤਰਲੋਚਨ ਜੀ ਬੇਨਤੀ ਕਰਦੇ ਨੇ, ਅਸਲੀ ਮੁਕਤ, ਬੰਧਨਾਂ ਤੋਂ ਮੁਕਤ ਉਹ ਇਨਸਾਨ ਹੈ ਜਿਹੜਾ ਕਿ ਬੁਰੇ ਕੰਮ ਨਹੀਂ ਕਰਦਾ, ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਕਿ ਰੱਬ ਮੇਰੇ ਹਿਰਦੇ 'ਚ ਵਸਦਾ, ਉਹ ਸਦਾ ਵੇਖਦਾ, ਮੈਂ ਕੋਈ ਬੁਰਾ ਕੰਮ ਨਹੀਂ ਕਰਾਂਗਾ। ਤੇ ਇਸੇ ਤਰ੍ਹਾਂ
ਇਹ ਸਾਰੀਆਂ ਉਦਾਹਰਣਾਂ ਦੇ ਕੇ ਨਿਚੋੜ ਆਖਰਲੀ ਪੰਕਤੀ ਦੇ ਵਿੱਚ ਹੈ। ਬਦਤ ਤਲੋਚਨ ਤੇ ਨਰਮੁਕਤਾ ਪੀਤੰਬਰ ਵਾਂਕੈ ਹਿਰਦੈ ਵਸੈ। ਉਹਦੇ ਹਿਰਦੇ ਦੇ ਵਿੱਚ ਵਸ ਰਿਹਾ ਰੱਬ ਉਹਨੂੰ ਨਜ਼ਰ ਆ ਜਾਂਦਾ, ਦਿਸ ਪੈਂਦਾ, ਮਹਿਸੂਸ ਹੋ ਜਾਂਦਾ, ਤੇ ਫਿਰ ਉਹ ਕੋਈ ਵੀ ਬੁਰਾ ਕੰਮ ਨਹੀਂ ਕਰਦਾ, ਉਹ ਸਮਾਜ ਕਲਿਆਣ ਦੇ ਭਲੇ ਕੰਮ ਕਰਦਾ। ਇੱਕ ਪੰਕਤੀ ਲੈ ਕੇ ਜਦੋਂ ਆਪਾਂ ਅੰਤ ਕਾਲ ਜੋ ਇਸਤਰੀ ਸਿਮਰੈ ਵਾਲੀ ਲੈ ਕੇ ਆਪਾਂ ਇਹਨੂੰ ਵਿਚਾਰਾਂਗੇ ਤਾਂ ਅਰਥ ਠੀਕ ਨਹੀਂ ਹੋਣਗੇ। ਸਾਡੇ ਪ੍ਰਚਾਰਕਾਂ ਨੇ ਬਹੁਤਾ ਇਹੀ ਕੰਮ ਕੀਤਾ ਹੋਇਆ, ਇੱਕ ਅੱਧ ਪੰਕਤੀ ਲੈ ਕੇ ਸੁਣਾ ਦਿੰਦੇ ਨੇ, ਉਹਦੇ ਗਲਤ ਅਰਥ ਕਰ ਦਿੰਦੇ ਨੇ। ਸਾਰਾ ਸ਼ਬਦ ਪੜ੍ਹਿਆ ਜਾਵੇ, ਉਹਦਾ ਆਖਰੀ ਨਿਚੋੜ ਆਖਰੀ ਪੰਕਤੀ 'ਚ ਹੁੰਦਾ ਅਤੇ ਕੇਂਦਰੀ ਭਾਵ ਉਹਦਾ ਰਹਾਉ ਵਾਲੇ ਬੰਦ 'ਚ ਹੁੰਦਾ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਜਦੋਂ ਅਰਥ ਕਰਾਂਗੇ ਤਾਂ ਸਹੀ ਲਾਈਨ 'ਤੇ ਅਰਥ ਹੋ ਰਹੇ ਹੋਣਗੇ। ਸਵਾਲ ਨੰਬਰ 328 ਭਾਈ ਰਾਮ ਸਿੰਘ ਸੰਗਰੂਰ ਤੋਂ। ਇਹਨਾਂ ਦਾ ਸਵਾਲ ਹੈ, ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਾੜ੍ਹੀ ਕੇਸ ਰੱਖਣ ਦਾ ਹੁਕਮ ਹੈ? ਗੁਰੂ ਪਿਆਰੇ ਵਾਲਿਓ, ਜਿਹੜੇ ਕੰਮ ਪਹਿਲਾਂ ਹੀ ਆਟੋਮੈਟਿਕ ਸਾਰੇ ਸਮਾਜ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਹੋ ਰਹੇ ਨੇ, ਉਹਨਾਂ ਦੇ ਬਾਰੇ ਕੋਈ ਹਦਾਇਤ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਕੰਮ ਪਹਿਲਾਂ ਹੀ ਠੀਕ ਹੋ ਰਿਹਾ। ਪਰ ਜਿਹੜੇ ਕੰਮ ਗਲਤ ਹੋ ਰਹੇ ਹੁੰਦੇ ਨੇ ਉਹਨਾਂ ਦੇ ਬਾਰੇ ਹਦਾਇਤਾਂ ਕਰਨ ਦੀ ਲੋੜ ਹੈ ਕਿ ਭਾਈ ਆਹ ਜਿਹੜਾ ਕੰਮ ਹੈ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹ ਗਲਤ ਹੋ ਰਿਹਾ। ਭਾਵ ਹੈ ਮੇਰਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾੜ੍ਹੀ ਕੇਸ ਰੱਖਣ ਦਾ ਕੋਈ ਹੁਕਮ ਨਹੀਂ ਹੈ। ਕਾਰਨ ਕੀ ਹੈ ਕਿ ਸਾਰੀ ਦੁਨੀਆ ਦੇ ਲੋਕ, ਭਾਵੇਂ ਮੁਸਲਮਾਨ ਨੇ, ਭਾਵੇਂ ਈਸਾਈ ਸਨ, ਭਾਵੇਂ ਹਿੰਦੂ ਸਨ, ਅਤੇ ਭਾਵੇਂ ਕੋਈ ਹੋਰ ਸੀ, ਸਿੱਖ ਤਾਂ ਬਾਅਦ ਦੇ ਵਿੱਚ ਬਹੁਤ ਨਵਾਂ ਧਰਮ ਹੈ, ਅਤੇ ਸਾਰੇ ਹੀ ਦਾੜ੍ਹੀ ਕੇਸ ਰੱਖਦੇ ਸੀ। ਅਤੇ ਤੁਸੀਂ ਮਹਾਭਾਰਤ, ਰਾਮਾਇਣ ਆਦਿਕ ਦੇਖ ਲਓ, ਭਾਵੇਂ ਕਿ ਹੁਣ ਜਿਹੜੇ ਪੇਸ਼ ਕਰਦੇ ਨੇ ਉਹ ਦਾੜ੍ਹੀ ਕੱਟੀ ਹੁੰਦੀ ਹੈ ਆਦਮੀਆਂ ਦੀ ਰਾਮਾਇਣ ਅਤੇ ਮਹਾਭਾਰਤ ਦੇ ਵਿੱਚ, ਅਤੇ ਕੇਸ ਰੱਖੇ ਹੁੰਦੇ ਨੇ, ਜਦੋਂ ਕਿ ਉਦੋਂ ਦਾੜ੍ਹੀ ਵੀ ਰੱਖੀ ਹੁੰਦੀ ਸੀ। ਜਿਹੜੇ ਇਹਨਾਂ ਦੇ ਸਾਧ ਸੰਤ ਵਗੈਰਾ ਦਿਖਾਉਂਦੇ ਨੇ ਇਹਨਾਂ ਨਾਟਕਾਂ ਦੇ ਵਿੱਚ, ਉਹ ਦਾੜ੍ਹੀ ਕੇਸਾਂ ਵਾਲੇ ਹੁੰਦੇ ਨੇ। ਭਾਵ ਹੈ ਕਿ ਉਦੋਂ ਤਾਂ ਦਾੜ੍ਹੀ ਕੱਟਣ ਵਾਲੇ ਪ੍ਰਬੰਧ ਹੀ ਨਹੀਂ ਸੀ, ਭਾਵ ਕਿ ਇਹੋ ਜਿਹੇ ਔਜ਼ਾਰ ਹੀ ਨਹੀਂ ਬਣੇ ਸੀ ਜਿਹਦੇ ਨਾਲ ਅੱਜ ਵਾਂਗੂ ਸੇਵ ਵਗੈਰਾ ਕੀਤੀ ਜਾ ਸਕੇ, ਦਾੜ੍ਹੀ ਕੇਸਾਂ ਨੂੰ ਕੱਟ ਕੇ ਕਿਸੇ ਹੋਰ ਤਰੀਕੇ ਤਿਆਰ ਕੀਤਾ ਜਾਵੇ। ਇਹ ਤਾਂ ਬਾਅਦ ਦੇ ਵਿੱਚ ਕਾਢਾਂ ਨਿਕਲੀਆਂ ਨੇ। ਈਸਾਈ ਤੱਕ ਪੁਰਾਣਾ ਧਰਮ ਹੈ, ਉਹ ਵੀ ਸਾਰੇ ਦਾੜ੍ਹੀ ਕੇਸ ਰੱਖਦੇ ਸੀ। ਯਸੂ ਮਸੀਹ ਦੇ ਖੁਦ ਦਾੜ੍ਹੀ ਕੇਸ ਰੱਖੀ ਹੋਈ ਸੀ, ਅਤੇ ਉਹਨਾਂ ਦੇ ਸਾਰੇ ਸੇਵਕ ਹੀ ਰੱਖਦੇ ਸੀ, ਕਟਾਉਣ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਸੀ। ਤੋ ਇਹ ਤਾਂ ਬਾਅਦ ਦੇ ਵਿੱਚ ਜਦੋਂ ਸਮਾਜ ਦੇ ਵਿੱਚ ਨਵੀਆਂ ਚੀਜ਼ਾਂ ਆ ਗਈਆਂ, ਨਵੇਂ ਢੰਗ ਨਾਲ ਜਿਉਣ ਦੀ ਅੰਦਰ ਇੱਛਾ ਪੈਦਾ ਹੋਈ, ਤਾਂ ਫਿਰ ਦਾੜ੍ਹੀ ਕੇਸ ਕੱਟਣਾ ਜਾਂ ਇਹਨੂੰ ਵੱਖਰੇ ਢੰਗ ਨਾਲ ਮਾਡਰਨ ਤਰੀਕੇ ਨਾਲ ਇਹਨੂੰ ਬਣਾ ਕੇ ਰੱਖਣਾ, ਇਹ ਤਾਂ ਬਾਅਦ ਦੀਆਂ ਆਧੁਨਿਕ ਜ਼ਮਾਨੇ ਦੀਆਂ ਕਾਢਾਂ ਨੇ, ਅਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਇਹ ਕਰਨ ਲੱਗ ਪਏ ਨੇ। ਗੁਰਬਾਣੀ ਦੇ ਵਿੱਚ ਦਾੜ੍ਹੀ ਕੇਸ ਕੱਟਣਾ ਜਾਂ ਰੱਖਣਾ ਇਹਦੀ ਕੋਈ ਹਮਾਇਤ ਨਹੀਂ ਹੈ, ਅਤੇ ਉੱਥੇ ਤਾਂ ਸਗੋਂ ਇਹ ਕਿਹਾ ਗਿਆ ਚੰਗਾ ਇਨਸਾਨ ਬਣਨਾ। ਜੇ ਤੁਸੀਂ ਕੇਸ ਮਨਾ ਦਿਓਗੇ ਤਾਂ ਵਿਖਾਵਾ ਕਰ ਰਹੇ ਹੋਵੋਗੇ ਤਾਂ ਤੁਹਾਨੂੰ ਪ੍ਰਾਪਤੀ ਕੋਈ ਨਹੀਂ ਹੋਣੀ। ਜੇ ਤੁਸੀਂ ਜਟਾਂ ਰੱਖ ਲਓਗੇ, ਦਾੜ੍ਹੀ ਕੇਸ ਰੱਖ ਲਓਗੇ, ਪਰ ਚੰਗੇ ਇਨਸਾਨ ਨਹੀਂ ਬਣੇ ਤਾਂ ਫਿਰ ਵੀ ਕੋਈ ਫਾਇਦਾ ਨਹੀਂ ਹੋਣਾ। ਮਸਲਾ ਹੈ ਚੰਗੇ ਇਨਸਾਨ ਬਣਨ ਦਾ। ਅੱਜ ਵੀ ਤਾਂ ਆਪਾਂ ਦੇਖ ਰਹੇ ਹਾਂ ਜਿਹੜੇ ਬਹੁਤ ਸਾਰੇ ਲੋਕਾਂ ਨੇ, ਸਾਰੇ ਨਹੀਂ ਪਰ ਬਹੁਤ ਇਹੋ ਜਿਹੇ ਨੇ ਜਿਹੜਿਆਂ ਨੇ ਕਿਰਪਾਨਾਂ ਪਾਈਆਂ ਨੇ, ਕਛਹਿਰੇ ਪਾਏ ਨੇ, ਦਾੜ੍ਹੀ ਕੇਸ ਰੱਖੇ ਨੇ, ਦਸਤਾਰਾਂ ਸਜਾਈਆਂ ਨੇ, ਪਰ ਕੀ ਨਹੀਂ ਮਾੜਾ ਕੰਮ ਕਰਦੇ, ਬਹੁਤ ਮਾੜੇ ਕੰਮ ਕਰਦੇ ਨੇ। ਇਹੋ ਜਿਹੇ ਬਹੁਤਿਆਂ ਲੋਕਾਂ ਤੋਂ ਤਾਂ ਵੇਖ ਕੇ ਕਚਿਆਂਦ ਆਉਂਦੀ ਹੈ, ਨਫ਼ਰਤ ਹੋ ਜਾਂਦੀ ਹੈ ਕਿ ਭਾਈ ਵੇਖਣ ਨੂੰ ਤਾਂ ਇਹ ਸਿੱਖ ਲੱਗਦੇ ਨੇ ਪਰ ਇਹਨਾਂ ਦੀਆਂ ਕਰਤੂਤਾਂ ਤਾਂ ਬਹੁਤ ਮਾੜੀਆਂ ਨੇ। ਬਹੁਤ ਸਮਾਜ ਨੂੰ ਬਦਨਾਮ ਕੀਤਾ ਇਹਨਾਂ ਨੇ। ਸੋ ਚੰਗਾ ਇਨਸਾਨ ਬਣਨਾ ਗੁਰਬਾਣੀ ਦੇ ਵਿੱਚ ਪਹਿਲੇ ਦਰਜੇ 'ਤੇ ਹੈ। ਹੋਰ ਤੁਹਾਡੀਆਂ ਆਪਣੀਆਂ ਲੋੜਾਂ ਨੇ ਕਿ ਤੁਸੀਂ ਕਿਹੋ ਜਿਹਾ ਕੱਪੜਾ ਪਾਉਣਾ, ਕਿਹੋ ਜਿਹੇ ਕੰਮ ਦੇ ਵਿੱਚ ਤੁਸੀਂ ਕਿਹੜੀ ਡਿਊਟੀ ਨਿਭਾ ਰਹੇ ਹੋ, ਉਹਦੇ ਮੁਤਾਬਕ ਪਹਿਰਾਵਾ ਜਾਂ ਦਾੜ੍ਹੀ ਕੇਸ ਤੁਹਾਡੇ ਹੋ ਸਕਦੇ ਨੇ। ਹੁਣ ਦਾੜ੍ਹੀ ਬੰਨ੍ਹਣ ਦੀ ਪਰੰਪਰਾ ਵੀ ਤਾਂ ਹੀ ਚੱਲੀ ਹੈ ਜਦੋਂ ਸਿੱਖ ਫੌਜ ਦੇ ਵਿੱਚ ਭਰਤੀ ਹੋਣ ਲੱਗੇ ਨੇ ਤਾਂ ਗੋਰਿਆਂ ਨੇ ਬੰਨ੍ਹਣ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ, ਕਿਉਂਕਿ ਹਥਿਆਰ ਚਲਾਉਣ ਵਾਸਤੇ ਉਦੋਂ ਦਾੜ੍ਹੀ ਵਿੱਚ ਫਸਦੀ ਸੀ, ਕਈਆਂ ਥਾਵਾਂ 'ਤੇ ਰੁਕਾਵਟ ਬਣਦੀ ਸੀ। ਫਿਰ ਦਾੜ੍ਹੀ ਬੰਨ੍ਹਣ ਦੀ ਉੱਤੇ ਜਾਲੀ ਪਾਉਣ ਦੀ ਹਦਾਇਤ ਅੰਗਰੇਜ਼ਾਂ ਨੇ ਦਿੱਤੀ ਹੈ। ਪਹਿਲਾਂ ਲੋਕ ਦਾੜ੍ਹੀ ਹੀ ਖੁੱਲ੍ਹੀ ਹੀ ਰੱਖਦੇ ਸਨ। ਸੋ ਇਸ ਤਰ੍ਹਾਂ ਦਾੜ੍ਹੀ ਕੇਸਾਂ ਬਾਰੇ ਗੁਰਬਾਣੀ 'ਚ ਅਜਿਹੀ ਕੋਈ ਹਦਾਇਤ ਨਹੀਂ ਹੈ, ਚੰਗੇ ਇਨਸਾਨ ਬਣਨ ਦਾ ਹੁਕਮ ਹੈ। ਸਵਾਲ ਨੰਬਰ 329 ਭਾਈ ਦਰਸ਼ਨ ਸਿੰਘ ਲੁਧਿਆਣਾ। ਇਹਨਾਂ ਦਾ ਸਵਾਲ ਹੈ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਇਸ ਦਾ ਕੀ ਅਰਥ ਹੈ? ਕਿਹੜੇ ਸੰਤ ਬਾਰੇ ਗੁਰੂ ਸਾਹਿਬ ਇਹ ਸ਼ਬਦ ਵਰਤ ਰਹੇ ਨੇ? ਗੁਰੂ ਪਿਆਰੇ ਵਾਲਿਓ, ਗੁਰਬਾਣੀ 'ਚ ਬਹੁਤ ਸਾਰੇ ਤਰੀਕੇ ਨੇ ਸਾਨੂੰ ਸਮਝਾਉਣ ਵਾਸਤੇ, ਅਤੇ ਸੰਤ ਸ਼ਬਦ ਜੇ ਆ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਅੱਜ ਪੇਟਲੇ ਸਾਧ ਵੱਡੇ ਵੱਡੇ ਡੇਰੇ ਬਣਾਈ ਬੈਠੇ ਨੇ, ਆਪਣੀ ਪੂਜਾ ਕਰਵਾ ਰਹੇ ਨੇ, ਇਹ ਇਹਨਾਂ ਵਾਸਤੇ ਨਹੀਂ ਲਿਖਿਆ। ਕਦੀ ਇਹਨਾਂ ਨੂੰ ਇਹ ਪੁੱਛ ਲਿਆ ਕਰੋ
कि जे तुसीं गुरबाणी दीआं पंक्तियां लैके अपने आप नूं संत अखवाउने हो तां ये दसो तुहाडा नाम गुरबाणी 'च कित्थे लिखिया होया, किहड़े साध दा नाम गुरबाणी 'च लिखिया होया है। ये चीज़ां लिखियां गईयां ने तकरीबन 400 साल पहलां, ते तुसीं जम्मे हो कल, ते 400 साल पहलां गुरु साहब ने तुहाडे वास्ते ये गुरबाणी दीआं पंक्तियां किवें लिख दित्तियां। इन्हां ने तां इन्हां गुरबाणी दीआं पंक्तियां दी दुरवरतों करके अपने आप नाल जोड़ लईआं, ते ना समझ सिख गुरबाणी नूं आप पढ़दे नहीं, इसे करके इन्हां दुष्ट लोकां दी पूजा करन लग पए। नाले तां भेटा दिंदे ने, पैसा टका दिंदे ने, बहुत सारी होर अनेकां तरीके सेवा करदे ने, ते नाले इन्हां दे पैरां ते लम्मे पैंदे ने। गुरु प्यार वालिओ, इत्थे संत की निंदा नानका बौर बौर अवतार कह के भी देखो जी गुरबाणी दे विच तां गुरु साहब ने लिखिया होया, पर मैं इत्थे तुहानूं दसना चाहुंदा 279 पन्ने ते सुखमनी साहिब दे विच बहुत कुछ संत बारे आए है। जिमें संत कै दुखन आरजा घट है, संत कै दुखन जमते नहीं छूटा है। इत्थे संत शब्द गुरु वास्ते आया है जां किसी नेक परोपकारी इंसान वास्ते आया है कि भले मनुख दा विरोध ना करियो, फिर तुहाडा भला नहीं हो सकना। संत का निंदक महा हत्यारा, संत का निंदक परमेश्वर मारा, भाव के जिहड़ा बंदा परोपकार करदा है, चंगे काम करदा है, उहदा विरोध ना करियो। अजिहा किहड़ा संत है जिहड़ा गुरु साहब ने तां उहदा नाम नहीं लिखिया, पर की उहनूं सिख अखवाउणा बुरा लगदा है? सिख अखवा के उहदी तौहीन हुंदी है। वो अपने आप नूं संत क्यों अखवाउंदा है, सिख क्यों नहीं अखवाउंदा? फिर गुरबाणी 'च तां ये भी लिखिया होया है कि ये हर के संत ना आखीं बनारस के ठग। इन्हां नूं तां गुरु साहब ये भी कहंदे ने कि गुरबाणी 'च कि तां भाई बनारस दे कांशी दे ठग ने, ते तुसीं इहनूं संत किवें मंनदे हो? ते गुरु साहब ने तां इत्थों तक भी लिखिया है, भाग होआ गुर संत मिलाया। इत्थे गुर जिहड़ा शब्द है ना, गुर दे रारे नूं सिहारी है, इनू संबंधकी वाचक कहंदे ने, भाव गुरु ने संत मिला दिता। हुण गुरु अर्जन साहब सानू किहड़े संत कोले भेजणगे? गुरु अर्जन साहब ने तां आप बाणी लिखी है, ते सानू भेजी जाण होरना संतां कोले। गुरबाणी दे विच इहदा मतलब कुछ नहीं है, संतां कोले है सारा कुछ। प्यारिओ, होश करिए आपां, ये बहुत कुराहे पा दिता इन्हां लोकां ने। इत्थे तां गुरु साहब कह रहे ने, भाग होआ गुर संत मिलाया, प्रभ अविनाशी घर मैं पाया। तुहानूं हिरदे रूपी घर दे विच ही प्रभु परमात्मा दे दर्शन हो गए। ऐसी गुरु दी असली मत प्रसाद अपने डेरियां ते बुलाउंदे ने तुहानूं। इसे तरह सतगुर संत मिलाया। हुण सतगुरु ने संत मिला दिता, किहड़ा? मस्तक धर कै हथ वड्डा साहिब गुरु मिलाया, जिन तारिया सगल जगत। हुण हद हो गई है, जिन्हें सारा जगत तारिया उस संत कोले गुरु अर्जन साहब सानू भेज रहे ने। कि इस गल नूं मन लवांगे आपां? इस तरह गुरु साहब तां इत्थों तक कहंदे ने, कर किरपा संत मिले मोहे, तिन ते धीरज पाया। गुरु साहब कह रहे ने कि मैनू संत मिल गए तां मैनू धीरज आया। संति मंत दियो मोहे निरभौ, गुर का शब्द कमाया। पहले लाइन दे विच तां कह दिता गुरु साहब ने कि मैनू संत मिल गए ते मैनू शांति आ गई। फिर उन्हां संतां ने मैनू मंत्र दिता। किहड़ा मंत्र? गुर का शब्द कमाया। हुण की गुरु का शब्द है जिहड़ा वो सानू कोई संत देऊगा? वो तां गुरबाणी साडे कोले पहले मौजूद पई है। प्यारिओ, इन्हां दे अर्थ करन लगे इन्हां साधां ने बहुत दुरवरतों कीती है। आम अणजाण सिख नूं अपने दर दे उत्ते आउण वास्ते इस बाणी नूं बहुत गलत तरीके नाल पेश किया गया है। गुरु साहब कहंदे ने, भलो कबीर दास दासन को, उत्तम सैन जन नाई। कबीर बहुत भला है, सैन नाई बहुत भला। ऊच ते ऊच नामदेव समदर्शी, नामदेव बहुत नेक। रविदास ठाकुर बन आई, जियो पिंड तन धन साधन का, ए मन संत रनाई। संत प्रताप भरम सब नासे, नानक मिले गुसाई। हुण इन्हां सारिਆਂ ਨੂੰ गुरु नानक साहब, गुरु रामदास साहब, गुरु अर्जन साहब सत्कार दे रहे ने, जिन्हां दी बाणी अपने नाल उन्हां ने शामिल कीती है। इन्हां नूं इत्थे संत कह के संबोधन कीता है कि इन्हां ने सानू बहुत कुछ चंगा दिता है। गल तां इह सी, पर इधरले पासे असीं कदे ध्यान ही नहीं दिता। असीं तां एक अद्धी पंक्ति लै के उसे नूं बार बार दोहराई जाने आ कि संत की निंदा नानका
ਬਹੁਰ ਬਹੁਰ ਅਵਤਾਰ। ਇੱਥੇ ਤਾਂ ਗਾਇ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤਨਾ ਆਖੀਐ, ਬਨਾਰਸ ਕੇ ਠੱਗ। ਇਹ ਵੀ ਤਾਂ ਗੁਰਬਾਣੀ 'ਚ ਹੀ ਲਿਖਿਆ ਹੋਇਆ ਨਾ, ਇਹਨੂੰ ਵੀ ਆਪਾਂ ਸਾਹਮਣੇ ਰੱਖੀਏ। ਆਪਾਂ ਸਾਰੇ ਸਿੱਖ ਭੈਣ ਭਾਈ ਹਾਂ, ਆਪਾਂ ਸਾਰੇ ਬਰਾਬਰ ਹਾਂ, ਕੋਈ ਊਚ ਨੀਚ ਨਹੀਂ ਹੈ। ਆਪਾਂ ਕਿਸੇ ਦੇ ਪੈਰਾਂ 'ਤੇ ਲੰਮਾ ਨਹੀਂ ਪੈਣਾ, ਕਿਸੇ ਨੂੰ ਸੰਤ ਨਹੀਂ ਕਹਿਣਾ, ਸਗੋਂ ਹਰ ਇੱਕ ਨੂੰ ਭਾਈ ਕਹਿਣਾ, ਭੈਣ ਜੀ ਕਹਿਣਾ। ਉਹਦਾ ਉਮਰ ਦੇ ਮੁਤਾਬਕ ਵੱਡਾ ਛੋਟਾ ਕਿਹਾ ਜਾ ਸਕਦਾ, ਅਤੇ ਪਰ ਕੋਈ ਪਲੰਗ 'ਤੇ ਬੈਠਾ, ਕੋਈ ਸੋਫੇ 'ਤੇ ਬੈਠਾ, ਕੋਈ ਉੱਚਾ ਗੱਦਾ ਲਾ ਕੇ ਬੈਠਾ, ਅਤੇ ਬਾਕੀ ਸੰਗਤ ਨੀਵੇਂ ਥਾਂ 'ਤੇ ਪੈਰਾਂ 'ਚ ਬੈਠੀ ਹੈ। ਅਜਿਹੇ ਸਾਧ ਸੰਤ ਪਖੰਡੀ ਕੋਲੇ ਕਦੇ ਨਹੀਂ ਜਾਣਾ। ਇਹ ਸਿੱਖੀ ਦਾ ਦੁਸ਼ਮਣ ਤਾਂ ਹੋ ਸਕਦਾ ਹੈ, ਇਹ ਤਾਂ ਸਿੱਖ ਵੀ ਨਹੀਂ ਹੋ ਸਕਦਾ, ਕਿਉਂਕਿ ਸਿੱਖੀ ਦੀਆਂ ਪਰੰਪਰਾਵਾਂ ਨੂੰ ਜਿਹੜੀ ਬਰਾਬਰਤਾ ਦੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਉਹਦੀਆਂ ਪਰੰਪਰਾਵਾਂ ਨੂੰ ਤੋੜ ਰਹੇ ਨੇ, ਆਪਣੇ ਆਪ ਨੂੰ ਗੁਰੂ ਨਾਲੋਂ ਵੀ ਵੱਡਾ ਬਣਾ ਕੇ ਪੇਸ਼ ਕਰ ਰਹੇ ਨੇ। ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ। ਅੱਜ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਹੈ, ਅਤੇ ਜਿਨ੍ਹਾਂ ਮਹਾਂਪੁਰਖਾਂ ਗੁਰਬਾਣੀ ਰਚੇਤਾ ਨੇ ਬਹੁਤ ਸਾਡੇ ਵਾਸਤੇ ਪਰਉਪਕਾਰ ਕੀਤੇ ਨੇ, ਉਹ ਸਾਡੇ ਸਤਿਕਾਰ ਦੇ ਪਾਤਰ ਨੇ। ਪੁਰਾਤਨ ਸਮਿਆਂ 'ਚ ਗੁਰਸਿੱਖਾਂ ਨੇ ਬੜੇ ਬੜੇ ਪਰਉਪਕਾਰ ਦੇ ਕਾਰਜ ਕੀਤੇ ਨੇ, ਉਹਨਾਂ ਦਾ ਅਸੀਂ ਦਿਲੋਂ ਮਨੋਂ ਸਤਿਕਾਰ ਕਰਦੇ ਹਾਂ। ਪਰ ਇਹਨਾਂ ਅੱਜ ਦੇ ਸਾਧਾਂ ਨੇ ਤਾਂ ਸਾਨੂੰ ਲੁੱਟ ਕੇ ਖਾਣ ਤੋਂ ਸਿਵਾਏ ਕੁਝ ਵੀ ਨਹੀਂ ਕੀਤਾ, ਕੁਝ ਵੀ ਸਾਨੂੰ ਨਹੀਂ ਦਿੱਤਾ। ਅਰਬਾਂ ਦੇ ਮਾਲਕ ਹੋਏ ਬੈਠੇ ਨੇ, ਅਤੇ ਸਿੱਖ ਹੋਰ ਗਰੀਬ ਹੋ ਰਹੇ ਨੇ, ਸਿੱਖ ਲੁੱਟੇ ਜਾ ਰਹੇ ਨੇ, ਸਿੱਖ ਬੇਰੁਜ਼ਗਾਰ ਨੇ, ਸਿੱਖ ਨੌਜਵਾਨ ਆਤਮ ਹੱਤਿਆਵਾਂ ਕਰ ਰਹੇ ਨੇ, ਪਰ ਸਾਧਾਂ ਦੀਆਂ ਗੋਗੜਾਂ ਹੋਰ ਵੱਧ ਰਹੀਆਂ ਨੇ। ਧਿਆਨ ਦਿਓ ਇਸ ਪਾਸੇ, ਗੁਰਬਾਣੀ ਦੀਆਂ ਪੰਕਤੀਆਂ ਦੀ ਇਹ ਲੋਕ ਦੁਰਵਰਤੋਂ ਕਰਦੇ ਨੇ। ਆਪਾਂ ਆਪ ਗੁਰਬਾਣੀ ਨੂੰ ਸਮਝਣ ਦਾ, ਪੜ੍ਹਨ ਦਾ ਉਪਰਾਲਾ ਕਰੀਏ। ਸਵਾਲ ਨੰਬਰ 330 ਭਾਈ ਹਰਦੇਵ ਸਿੰਘ, ਏ ਬਲਾਕ, ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਕੀ ਗੁਰੂ ਨਾਨਕ ਸਾਹਿਬ ਨੇ ਸੱਚਮੁੱਚ ਪੰਜਾ ਲਾ ਕੇ ਪਹਾੜ ਰੋਕਿਆ ਸੀ? ਗੁਰੂ ਪਿਆਰ ਵਾਲਿਓ, ਕਦੇ ਵੀ ਪਹਾੜ ਪੰਜਾਂ ਨਾਲ ਨਹੀਂ ਰੋਕੇ ਜਾ ਸਕਦੇ। ਜੇ ਕਿਤੇ ਪਹਾੜ ਨੂੰ ਰੋਕੇ ਜਾਣ ਦੀ ਗੁਰੂ ਨਾਨਕ ਸਾਹਿਬ ਕੋਲੇ ਕਰਾਮਾਤੀ ਸ਼ਕਤੀ ਹੁੰਦੀ ਤਾਂ ਉਹ ਬਾਬਰ ਨੂੰ ਰੋਕ ਲੈਂਦੇ। ਬਾਬਰ ਇੱਥੇ ਭਾਰਤ ਦੇ ਵਿੱਚ ਇੰਨੀ ਤਬਾਹੀ ਨਾ ਕਰਦਾ, ਇੱਥੇ ਆਪਣਾ ਰਾਜ ਸਥਾਪਿਤ ਨਾ ਕਰਦਾ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਆਪਣੀ ਕਰਾਮਾਤੀ ਸ਼ਕਤੀ ਵਰਤ ਕੇ ਜਹਾਂਗੀਰ ਨੂੰ ਸਿੱਧੇ ਰਾਹ ਪਾ ਦਿੰਦੇ ਤਾਂ ਕਿ ਉਹ ਜ਼ੁਲਮ ਕਰਨੋਂ ਹਟ ਜਾਂਦਾ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਕਿੰਨੇ ਜ਼ੁਲਮ ਝੱਲੇ ਨੇ। ਆਪਣੀ ਜੇ ਕੋਈ ਕਰਾਮਾਤੀ ਸ਼ਕਤੀ ਹੁੰਦੀ ਤਾਂ ਔਰੰਗਜ਼ੇਬ ਨੂੰ ਕਤਲ ਭਾਵੇਂ ਨਾ ਕਰਦੇ, ਉਹਨਾਂ ਨੂੰ ਸਿੱਧੇ ਰਾਹ ਪਾ ਦਿੰਦੇ, ਪਰ ਉਹ ਅਜਿਹਾ ਨਹੀਂ ਕਰ ਸਕੇ, ਕਿਉਂਕਿ ਕਰਾਮਾਤੀ ਸ਼ਕਤੀ ਹੁੰਦੀ ਹੀ ਕੋਈ ਨਹੀਂ। ਇਹ ਕੇਵਲ ਪਖੰਡੀ ਲੋਕਾਂ ਨੇ ਸਾਡੇ ਮਨਾਂ 'ਚ ਗੱਲਾਂ ਪਾ ਦਿੱਤੀਆਂ ਨੇ, ਅਤੇ ਅਸੀਂ ਅਣਜਾਣ ਹੋਣ ਕਰਕੇ ਇਹਨਾਂ ਨੂੰ ਸੱਚ ਮੰਨ ਲੈਂਦੇ ਹਾਂ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਜੇ ਦੀ ਗੱਲ ਜੋੜੀ ਗਈ ਹੈ, ਪਹਾੜ ਰੋਕਣ ਦੀ ਗੱਲ ਜੋੜੀ ਗਈ ਹੈ, ਇਹ ਬਹੁਤ ਬਾਅਦ ਦੇ ਵਿੱਚ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਇਹ ਸ਼ੁਰੂ ਹੋਈ ਹੈ। ਪਹਿਲਾਂ ਤਾਂ ਇਹ ਲੋਕਾਂ ਦੇ ਵਿੱਚ ਜ਼ਬਾਨੀ ਤੌਰ 'ਤੇ ਗੱਲ ਚੱਲਦੀ ਸੀ ਕਿ ਗੁਰੂ ਸਾਹਿਬ ਬੜੇ ਮਹਾਨ ਸੀ, ਬਹੁਤ ਚੰਗੇ ਸੀ, ਉਹ ਤਾਂ ਜੇ ਚਾਹੁੰਦੇ ਤਾਂ ਪਹਾੜ ਵੀ ਰੋਕ ਸਕਦੇ ਸੀ। ਇਹ ਕਿਸੇ ਵੀ ਮਹਾਂਪੁਰਖਾਂ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਅਕਸਰ ਜੁੜ ਜਾਇਆ ਕਰਦੀਆਂ ਨੇ, ਪਰ ਇਹ ਸਾਰੀਆਂ ਸੱਚ ਨਹੀਂ ਹੁੰਦੀਆਂ। ਜਿਹੜੀਆਂ ਮੁਹੰਮਦ ਸਾਹਿਬ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਵੀ ਜੁੜੀਆਂ ਹੋਈਆਂ ਨੇ ਕਿ ਜਦੋਂ ਧੁੱਪ ਪੈਂਦੀ ਸੀ ਅਤੇ ਮੁਹੰਮਦ ਸਾਹਿਬ ਨੂੰ ਕਦੇ ਸਫ਼ਰ ਕਰਨਾ ਪੈਂਦਾ ਸੀ, ਅਤੇ ਖੁਦਾ ਉਹਨਾਂ 'ਤੇ ਇੰਨਾ ਮਿਹਰਬਾਨ ਹੁੰਦਾ ਸੀ ਅਤੇ ਆਕਾਸ਼ ਦੇ ਵਿੱਚ ਇੱਕ ਬੱਦਲ ਸਦਾ ਉਹਨਾਂ 'ਤੇ ਛਾਂ ਕਰਕੇ ਰੱਖਦਾ ਸੀ, ਅਤੇ ਜਦੋਂ ਰਾਤ ਪੈ ਜਾਂਦੀ ਸੀ ਬੱਦਲ ਅਲੋਪ ਹੋ ਜਾਂਦਾ ਸੀ, ਅਤੇ ਦਿਨੇ ਧੁੱਪ ਤੋਂ ਬਚਾਉਣ ਵਾਸਤੇ ਮੁਹੰਮਦ ਸਾਹਿਬ ਦੇ ਉੱਤੇ ਬੱਦਲ ਦੀ ਛਾਂ ਰਹਿੰਦੀ ਸੀ। ਆਪੋ ਆਪਣੇ ਮਹਾਂਪੁਰਖਾਂ ਨਾਲ ਲੋਕਾਂ ਨੇ ਇਹੋ ਜਿਹੀਆਂ ਕਹਾਣੀਆਂ ਬਹੁਤ ਜੋੜੀਆਂ ਹੁੰਦੀਆਂ ਨੇ। ਅਤੇ ਇੱਥੇ ਸੀ ਜੋ ਬਲੀ ਕੰਧਾਰੀ ਵਾਲੀ ਗੱਲ ਹੈ, ਵਲੀ ਕੰਧਾਰੀ ਪੱਥਰ ਵਰਗੇ ਦਿਲ ਵਾਲੇ ਇਨਸਾਨ ਨੂੰ ਸਮਝਾ ਕੇ ਸਹੀ ਰਾਹ 'ਤੇ ਲੈ ਆਉਣਾ, ਇਹ ਤਾਂ ਗੱਲ ਵਾਜਬ ਹੈ ਅਤੇ ਮੰਨੀ ਜਾ ਸਕਦੀ ਹੈ। ਪਰ ਪੱਥਰ ਨੂੰ ਪੰਜਾ ਲਾ ਦੇਣਾ, ਅਤੇ ਸੋਚ ਕੇ ਵੇਖੋ ਜੇ ਪੱਥਰ ਇੰਨਾ ਹੀ ਨਾਜ਼ੁਕ ਹੈ, ਉਹਦੇ ਵਿੱਚ ਪੰਜਾ ਖੁੱਭ ਸਕਦਾ, ਫਿਰ ਉਹ ਉੱਪਰੋਂ ਰੁੜ ਕੇ ਥੱਲੇ ਸਬੂਤਾ ਨਹੀਂ ਆ ਸਕਦਾ। ਉਹ ਤਾਂ ਜੇ ਇੰਨਾ ਪੋਲਾ ਹੈ ਅਤੇ ਰਾਹ ਦੇ ਵਿੱਚ ਹੀ ਖਿੱਲਰ ਜਾਵੇਗਾ, ਰੇਤ ਬਣ ਜਾਵੇਗੀ ਉਹਦੀ। ਤਾਂ ਜੇ ਮਜ਼ਬੂਤ ਹੈ, ਉੱਪਰੋਂ ਰੁੜਦਾ ਹੋਇਆ ਹੇਠਾਂ ਸਬੂਤਾ ਆ ਸਕਦਾ, ਤਾਂ ਉਹਦੇ ਵਿੱਚ ਪੰਜਾ ਕਦੇ ਵੀ ਨਹੀਂ ਖੁੱਭ ਸਕਦਾ, ਕਿਉਂਕਿ ਸਾਡਾ ਹੱਥ ਤਾਂ ਇਹ ਚਮੜੇ ਦਾ ਬਣਿਆ ਹੋਇਆ, ਹੱਡੀਆਂ ਦਾ ਬਣਿਆ ਹੋਇਆ, ਅਤੇ ਇੱਕਦਮ ਤਾਂ ਪੱਥਰ ਦੇ ਵਿੱਚ ਕੋਈ ਲੋਹੇ ਦਾ ਸੰਦ ਵੀ ਨਹੀਂ ਖੋਭਿਆ ਜਾ ਸਕਦਾ। ਪੱਥਰਾਂ 'ਚ ਕੋਈ ਨਿਸ਼ਾਨ ਬਣਾਉਣ ਵਾਸਤੇ ਉਹਦੇ 'ਚ ਹਥੌੜੀ ਅਤੇ ਛੈਣੀ ਦੀ ਵਰਤੋਂ ਕਰਨੀ ਪੈਂਦੀ ਹੈ। ਹੌਲੀ ਹੌਲੀ ਕੱਟ ਕੇ ਛੈਣੀ ਨਾਲ ਜਾਂ ਮਸ਼ੀਨਾਂ ਨਾਲ ਉਹਦੇ ਵਿੱਚ ਲੋੜੀਂਦਾ ਅਦਲ ਬਦਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੰਜੇ ਪੱਥਰਾਂ 'ਚ ਨਹੀਂ ਖੁੱਭਿਆ ਕਰਦੇ। ਇਹ ਤਾਂ ਪੁਜਾਰੀਆਂ ਨੇ, ਨਾ ਸਮਝ ਕਥਾਵਾਚਕਾਂ ਨੇ, ਨਾ ਸਮਝ ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ
ਇਹ ਸਾਰਾ ਕੁਝ ਲਿਖ ਦਿੱਤਾ ਜਾਂ ਬੋਲ ਦਿੱਤਾ ਤੇ ਅਸੀਂ ਨੀਵੀਂ ਪਾ ਕੇ ਉਹਨੂੰ ਸੱਚ ਮੰਨ ਲਿਆ। ਇਹ ਸੱਚ ਕਹਾਣੀਆਂ ਨਹੀਂ ਹੈਗੀਆਂ ਤੇ ਇਸ ਤਰ੍ਹਾਂ ਕਦੀ ਵੀ ਪੱਥਰਾਂ 'ਚ ਪੰਜੇ, ਪਹਾੜਾਂ 'ਚ ਪੰਜੇ ਨਹੀਂ ਖੁੱਭਿਆ ਕਰਦੇ ਤੇ ਪਹਾੜ ਪੱਥਰ ਇਸ ਤਰ੍ਹਾਂ ਰੋਕੇ ਹੋਏ ਨਹੀਂ ਰੁਕਿਆ ਕਰਦੇ। ਜੇ ਕਰਾਮਾਤੀ ਸ਼ਕਤੀ ਵਰਤਣੀ ਹੈ ਤਾਂ ਉਹ ਇਨਸਾਨਾਂ 'ਤੇ ਵਰਤਣੀ ਸੀ, ਦੁਸ਼ਮਣਾਂ 'ਤੇ ਵਰਤਣੀ ਸੀ, ਉਹ 'ਤੇ ਵਰਤੀ ਕੋਈ ਨਹੀਂ ਹੈ। ਇਹਦਾ ਮਤਲਬ ਹੈ ਇਹ ਕਰਾਮਾਤੀ ਸ਼ਕਤੀ ਹੁੰਦੀ ਹੀ ਕੋਈ ਨਹੀਂ, ਇਹ ਕੇਵਲ ਗਲਤ ਕਹਾਣੀਆਂ ਸਾਡੇ ਦਿਮਾਗ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ। ਇੱਕ ਹੋਰ ਸਵਾਲ ਭਾਈ ਸੁਰਜੀਤ ਸਿੰਘ ਕੈਨੇਡਾ ਤੋਂ, ਇਹਨਾਂ ਦਾ ਸਵਾਲ ਹੈ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਪੰਨਾ 684 'ਤੇ ਇਹਨਾਂ ਨੇ ਸਵਾਲ ਕੀਤਾ ਕਿ ਮਨ ਦੇ ਨਾਲ ਜਾਂ ਰਸਨਾ ਦੇ ਨਾਲ ਤਾਂ ਨਾਮ ਜਪਿਆ ਜਾ ਸਕਦਾ ਹੈ, ਪਰ ਤਨ ਨਾਲ ਨਾਮ ਕਿਵੇਂ ਜਪਿਆ ਜਾ ਸਕਦਾ ਹੈ, ਇਹਨੂੰ ਖੋਲ੍ਹ ਕੇ ਸਮਝਾਓ। ਇੱਥੇ ਜਿਹੜਾ ਗੁਰਬਾਣੀ ਦੇ ਵਿੱਚ ਪੰਕਤੀ ਹੈ ਪੰਜਵੇਂ ਪਾਤਸ਼ਾਹ ਦੀ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਹੁਣ ਧਿਆਨ ਰਵੇ ਤਨ ਅਤੇ ਮਨ ਦੋਵਾਂ ਦੇ ਮਿਲਾਪ ਦੇ ਨਾਲ ਸਾਰਾ ਕੰਮ ਹੁੰਦਾ ਹੈ। ਦਿਮਾਗ ਹੈ ਜਿਹੜਾ ਇਹ ਸਰੀਰ ਨੂੰ ਕੰਟਰੋਲ ਕਰਦਾ, ਇਹ ਤੋਂ ਕੰਮ ਲੈਂਦਾ। ਅਸੀਂ ਹੱਥਾਂ ਦੀ ਵਰਤੋਂ ਕਰਦੇ ਹਾਂ, ਪੈਰਾਂ ਦੀ ਵਰਤੋਂ ਕਰਦੇ ਹਾਂ, ਅੱਖ, ਕੰਨ, ਨੱਕ, ਮੂੰਹ, ਜੋ ਵੀ ਸਾਡਾ ਸਰੀਰ ਦੇ ਕਾਰਜ ਹੋ ਰਹੇ ਨੇ ਇਹ ਦਿਮਾਗ ਕੰਟਰੋਲ ਕਰਦਾ। ਇਹ ਇਸ ਤਰ੍ਹਾਂ ਸਾਰੇ ਕੰਮ ਹੋ ਰਹੇ ਨੇ। ਜਿਵੇਂ ਸਾਨੂੰ ਆਵਾਜ਼ ਸੁਣਾਈ ਦਿੱਤੀ, ਉਹ ਆਵਾਜ਼ ਬਾਹਰੋਂ ਕਿਵੇਂ ਦੀ ਹੈ, ਕਿਹੋ ਜਿਹੀ ਹੈ, ਇਹਨੂੰ ਸਮਝਣਾ ਦਿਮਾਗ ਨੇ ਹੈ। ਇਸੇ ਤਰ੍ਹਾਂ ਅਸੀਂ ਕੀ ਖਾਣਾ ਕੀ ਪੀਣਾ ਫੈਸਲਾ ਦਿਮਾਗ ਨੇ ਕਰਨਾ, ਪਰ ਖਾਣਾ ਮੂੰਹ ਨੇ ਹੈ। ਚੁੱਕ ਕੇ ਹੱਥਾਂ ਨੇ ਉਹਦੀ ਵਰਤੋਂ ਕਰਨੀ ਹੈ, ਮੂੰਹ 'ਚ ਪਾਉਣਾ ਸਮਾਨ। ਇਸੇ ਤਰ੍ਹਾਂ ਕੱਪੜਾ ਲੀੜਾ ਕੀ ਪਾਉਣਾ, ਕਿਹੋ ਜਿਹਾ ਪਾਉਣਾ, ਇਹ ਫੈਸਲਾ ਦਿਮਾਗ ਨੇ ਕਰਨਾ, ਪਰ ਪਹਿਨਣਾ ਉਹ ਸਰੀਰ ਨੇ ਹੈ। ਇਸੇ ਤਰ੍ਹਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ, ਅਸੀਂ ਤ੍ਰਿਪਤ ਹੋ ਗਏ ਜਦੋਂ ਸੱਚ ਦੇ ਮਾਰਗ 'ਤੇ ਚੱਲ ਪਏ। ਜ਼ਿੰਦਗੀ ਸਾਡੀ ਵਿਕਾਰਾਂ ਤੋਂ ਬਚ ਗਈ। ਇੱਥੇ ਸਾਡੀ ਜ਼ਿੰਦਗੀ ਦਾ ਆਧਾਰ ਸੱਚਾਈ 'ਤੇ ਆਧਾਰਿਤ ਭੋਜਨ, ਭਾਵ ਜਿਹੜਾ ਕਿ ਸਾਨੂੰ ਵਿਕਾਰਾਂ ਤੋਂ, ਬੁਰਾਈਆਂ ਤੋਂ ਬਚਾ ਲਵੇ। ਸਾਡੇ ਕੋਲੇ ਉਹ ਗਿਆਨ, ਉਹ ਅਕਲ ਹੋਵੇ। ਇੱਥੇ ਭੋਜਨ ਆਪਾਂ ਨਿੱਤ ਸਰੀਰ ਵਾਸਤੇ ਲੋੜੀਂਦਾ, ਜਿਉਂਦੇ ਰਹਿਣ ਵਾਸਤੇ ਜ਼ਰੂਰੀ ਹੈ, ਪਰ ਭੋਜਨ ਕਿਹੋ ਜਿਹਾ ਖਾਣਾ ਇਹ ਤਾਂ ਦਿਮਾਗ ਨੇ ਫੈਸਲਾ ਕਰਨਾ ਨਾ। ਤੇ ਲੋਕ ਬੇਅੰਤ ਨੇ ਜਿਹੜੇ ਇਨਸਾਨ ਹੋ ਕੇ ਵੀ ਬੁਰੀਆਂ ਚੀਜ਼ਾਂ ਖਾਂਦੇ ਨੇ, ਬੁਰਾਈਆਂ ਕਰਦੇ ਨੇ। ਚੋਰਾਂ ਯਾਰਾਂ ਨੂੰ ਦੇਖਿਆ ਜਾ ਸਕਦਾ ਹੈ, ਲੁੱਟਾਂ ਖੋਹਾਂ ਕਰਦਿਆਂ ਨੂੰ, ਜੇਲ੍ਹਾਂ 'ਚ ਜਾਂਦਿਆਂ ਨੂੰ, ਫਾਂਸੀ ਲੱਗਦਿਆਂ ਨੂੰ ਵੇਖਿਆ ਜਾ ਸਕਦਾ ਹੈ। ਤੇ ਉਹਨਾਂ ਕੋਲੇ ਵੀ ਤਾਂ ਸਰੀਰ ਹੈ, ਦਿਮਾਗ ਹੈ, ਪਰ ਉਹਨਾਂ ਦਾ ਦਿਮਾਗ ਠੀਕ ਰਾਹ 'ਤੇ ਨਹੀਂ ਚੱਲ ਰਿਹਾ ਤੇ ਉਹਨਾਂ ਨੇ ਉਹਨਾਂ ਦੇ ਸਰੀਰ ਤੋਂ ਗਲਤ ਕੰਮ ਕਰਵਾ ਦਿੱਤੇ, ਤਾਂ ਹੀ ਉਹਨਾਂ ਨੂੰ ਇਹ ਸਜ਼ਾ ਮਿਲ ਰਹੀ ਹੈ। ਤੇ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਦੋਂ ਮਨੁੱਖ ਗਿਆਨਵਾਨ ਬਣ ਜਾਂਦਾ ਉਦੋਂ ਉਹਦਾ ਮਨ ਸ਼ਾਂਤ ਹੋ ਜਾਂਦਾ, ਭਟਕਣਾ 'ਚੋਂ ਬਚ ਜਾਂਦਾ। ਮਨ ਤਨ ਰਸਨਾ ਨਾਮ ਤੇ ਆਇਆ, ਉਹਦਾ ਮਨ, ਰਸਨਾ ਅਤੇ ਸਰੀਰ ਨਾਮ ਤੇ ਆਉਂਦਾ। ਕਿਵੇਂ? ਦਿਮਾਗ ਦੇ ਵਿੱਚ ਸੱਚਾਈ ਪ੍ਰਵੇਸ਼ ਕਰ ਗਈ, ਠੀਕ ਅਤੇ ਗਲਤ ਦੀ ਪਛਾਣ ਕਰਨ ਜੋਗਾ ਹੋ ਗਿਆ। ਤੇ ਹੁਣ ਚਾਹੇ ਜੀਭ ਨਾਲ ਉਹ ਕੇਵਲ ਰੱਬ ਨੂੰ ਯਾਦ ਕਰਦਾ ਤੇ ਭਾਵੇਂ ਆਪਣੇ ਚੰਗੇ ਕੰਮਾਂ ਨਾਲ ਉਹ ਪਰਉਪਕਾਰ ਕਰਦਾ, ਬਸ ਉਹ ਚੰਗੇ ਰਾਹ 'ਤੇ ਚੱਲ ਪਿਆ, ਕਿਉਂਕਿ ਉਹਦੇ ਦਿਮਾਗ ਦੇ ਵਿੱਚ ਸੱਚਾਈ ਦਾ ਪ੍ਰਵੇਸ਼ ਹੋ ਗਿਆ। ਜੀਵਨਾ ਹਰ ਜੀਵਨਾ, ਭਾਈ ਜ਼ਿੰਦਗੀ ਇਸ ਚੰਗੇ ਰਾਹ 'ਤੇ ਚੱਲਦੇ ਹੀ ਸਫਲ ਕੀਤੀ ਜਾ ਸਕਦੀ ਹੈ। ਜੀਵਨ ਹਰ ਜਪ ਸਾਧ ਸੰਗ, ਤੇਰਾ ਜੀਵਨ ਕੀ ਹੋਵੇ ਭਾਈ? ਨੇਕ ਇਨਸਾਨਾਂ ਦੀ ਸੰਗਤ ਕਰਿਆ ਕਰ। ਰਹਾਓ, ਅਨੇਕ ਪ੍ਰਕਾਰੀ ਵਸਤਰ ਉਡਾਏ, ਤੁਸੀਂ ਬਹੁਤ ਤਰ੍ਹਾਂ ਦੇ ਵਸਤਰ ਪਹਿਨਦੇ ਹੋ। ਹਰ ਕਾ ਮਾਰਗ ਅਨੇਕ ਪ੍ਰਕਾਰੀ ਵਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਤੁਸੀਂ ਵਸਤਰ ਤਾਂ ਬਹੁਤ ਪਹਿਨ ਲਏ, ਪਰ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਹੀ ਅਸਲ ਵਸਤਰ ਪਹਿਨਣੇ ਸੀ, ਪਰ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਆਪਾਂ ਨੰਗੇ ਰਹਿਣਾ। ਇੱਥੇ ਉਦਾਹਰਣਾਂ ਦੇਣ ਦਾ ਇੱਕ ਢੰਗ ਹੈ। ਹਸਤੀ ਰਥ ਅਸ ਅਸਵਾਰੀ, ਭਾਵੇਂ ਤੁਹਾਡੇ ਕੋਲ ਹਾਥੀ ਨੇ, ਰਥ ਨੇ, ਘੋੜੇ ਨੇ, ਬਹੁਤ ਤਰ੍ਹਾਂ ਦੀਆਂ ਸਵਾਰੀਆਂ ਨੇ। ਹਰ ਕਾ ਮਾਰਗ ਹਿਰਦੈ ਨਿਹਾਰੀ, ਪਰ ਤੁਹਾਨੂੰ ਪ੍ਰਭੂ ਪਰਮਾਤਮਾ ਦੇ ਨੇਕ ਰਾਹ ਦਾ ਪਤਾ ਹੋਵੇ ਕਿ ਇੰਨੀਆਂ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਮੈਂ ਜ਼ਿੰਦਗੀ ਕਿਹੋ ਜਿਹੀ ਜਿਉਣੀ ਹੈ, ਕਿਤੇ ਲੋਕਾਂ 'ਤੇ ਜ਼ੁਲਮ ਤਾਂ ਨਹੀਂ ਕਰਨ ਲੱਗ ਪਵਾਂਗਾ। ਇਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਹੈ। ਮਨ ਤਨ ਅੰਤਰ ਚਰਨ ਧਿਆਇਆ, ਸਾਡੇ ਦਿਮਾਗ ਦੇ ਵਿੱਚ ਮਨ ਤਨ ਅੰਤਰ, ਅੰਦਰਲੇ ਦਿਮਾਗ ਦੀ ਤਹਿ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਸਦਾ ਵਾਸਤੇ ਹੋ ਜਾਵੇ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਸਦਾ ਖੁਸ਼ੀ ਖੇੜਾ ਦੇਣ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ, ਉਹਦਾ ਸੱਚ ਦਾ ਮਾਰਗ, ਉਹਦੀ ਨੇਕੀ, ਉਹਦੀ ਚੰਗਿਆਈ ਮੇਰੇ ਹਿਰਦੇ 'ਚ ਵਸ ਜਾਵੇ ਤੇ ਮੇਰਾ ਜੀਵਨ
उस राह ते चल पवे जिहड़ा सच दा राह है, परोपकार दा राह है, नेकी दा राह है, बहादरी दा राह है, ज्ञान दा राह है। मैं उस राह दा पांधी बन जावां। ये भावना प्रगट की जाती है। उहदियां उदाहरणां ਵੱਖੋ ਵੱਖਰੇ ਢੰਗਾਂ ਨਾਲ ਸਮਝਾਉਣ ਵਾਸਤੇ, ਰੌਚਕਤਾ ਬਣਾਉਣ ਵਾਸਤੇ ਉਹ ਕੀਤੀਆਂ ਜਾਂਦੀਆਂ ਨੇ। ਤੋ ਇੱਥੇ ਸਵਾਲ ਜਵਾਬ ਦਾ ਭਾਗ 32 ਇਹ ਆਪਾਂ ਸਮਾਪਤ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਦਿਲਚਸਪੀ ਦੇ ਨਾਲ ਸਵਾਲ ਜਵਾਬ ਦੇ ਜਿਹੜੇ ਟੌਪਿਕ ਬਣਾਏ ਗਏ ਨੇ ਇਹਨਾਂ ਨੂੰ ਸੁਣਦੇ ਹੋ ਅਤੇ ਦਿਲਚਸਪੀ ਨਾਲ ਸਮਝਦੇ ਹੋ ਅਤੇ ਹੋਰ ਸਵਾਲ ਕਰਨ ਦਾ ਉਤਸ਼ਾਹ ਤੁਹਾਡੇ 'ਚ ਪੈਦਾ ਹੁੰਦਾ ਅਤੇ ਅਸੀਂ ਇਸੇ ਤਰ੍ਹਾਂ ਜਿੰਨਾ ਕੁ ਹੋ ਸਕਿਆ ਯਤਨ ਕਰਦੇ ਰਹਾਂਗੇ ਤਾਂ ਕਿ ਜੋ ਕਦੇ ਵੀ ਸਵਾਲ ਜਵਾਬ ਗੁਰਦੁਆਰਿਆਂ 'ਚ ਨਹੀਂ ਕੀਤੇ ਜਾਂਦੇ ਅਤੇ ਉਹ ਕਮੀ ਪੂਰੀ ਕੀਤੀ ਜਾ ਸਕੇ। ਤੋ ਤਤ ਗੁਰਮਤਿ ਗਿਆਨ TV ਵਾਲੇ ਨੌਜਵਾਨ ਜਿਹੜੇ ਰਲ ਮਿਲ ਕੇ ਇਹ ਟੀਮ ਕੰਮ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।